ਗੁਰੂ ਨਗਰੀ ਅੰਮ੍ਰਿਤਸਰ ਜਿਸ ਦਾ ਦੇਸ਼ ਵਿਦੇਸ਼ਾਂ ਦੇ ਵਿੱਚ ਇੱਕ ਖਾਸ ਸਥਾਨ ਹੈ। ਖੁਸ਼ਕਿਸਮਤ ਨੇ ਉਹ ਲੋਕ ਜਿਹੜੇ ਇਸ ਦੇਸ਼ ਦੇ ਇਸ ਸ਼ਹਿਰ ਦੇ ਬਸਿੰਦੇ ਨੇ, ਤੇ ਖੁਸ਼ਕਿਸਮਤ ਹੈ ਉਹ ਲੋਕ ਜਿਨ੍ਹਾਂ ਨੂੰ ਲੋਕਾਂ ਨੇ ਚੁਣ ਕੇ ਨਿਗਮ ਦੇ ਹਾਊਸ ਵਿੱਚ ਬਿਠਾਇਆ। ਹਾਊਸ ਵਿੱਚ ਇਸ ਕਰਕੇ ਬਿਠਾਇਆ ਕਿ ਗੁਰੂ ਨਗਰੀ ਦੀ ਖੂਬਸੂਰਤੀ ਲਈ ਕੋਈ ਕਸਰ ਨਾ ਛੱਡੀ ਜਾਵੇ। ਪਰ ਸਾਡੇ ਸਾਰਿਆਂ ਵਾਸਤੇ ਇੱਕ ਬਦਕਿਸਮਤੀ ਵਾਲੀ ਗੱਲ ਹੈ ਕਿ ਨਿਗਮ ਦੇ ਹਾਊਸ ਵਿੱਚ ਇਸ ਵਾਰੀ ਜਿਹੜੀ ਉਹ ਗੰਦਗੀ ਦੇ ਅੰਬਾਰ ਬਹੁਤ ਜ਼ਿਆਦਾ ਨਜ਼ਰ ਆਉਂਦੇ ਦੇਖਣ ਨੂੰ ਮਿਲਦੇ ਨੇ। ਅੰਕੜਿਆਂ ਦੇ ਹਿਸਾਬ ਦੇ ਨਾਲ ਗੱਲ ਕਰੀਏ ਤੇ ਗੁਰੂ ਨਗਰੀ ਦਾ ਕੋਈ ਖਾਸ ਸਥਾਨ ਨਹੀਂ ਹੈ। ਸ਼ਹਿਰ ਪੂਰੀ ਤਰ੍ਹਾਂ ਗੰਦਾ ਨਜ਼ਰ ਆ ਰਿਹਾ ਹੈ। ਅੱਜ ਅਸੀਂ ਨਿਗਮ ਦੀ ਹਾਊਸ ਦੇ ਵਿਪਕਸ਼ ਬੀਜੇਪੀ ਦੇ ਨੇਤਾ ਸੰਧਿਆ ਸਿੱਕਾ ਜੀ ਨਾਲ ਉਹਨਾਂ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਾਂਗੇ। ਆਜ਼ਾਦ ਇੰਡੀਆ 24 ਨਿਊਜ਼ ਵਿੱਚ ਅੱਜ ਭਾਜਪਾ ਦੇ ਹਾਊਸ ਦੇ ਵਿਪਕਸ਼ ਨੇਤਾ ਸੰਧਿਆ ਸਿੱਕਾ ਜੀ ਦਾ ਸਵਾਗਤ ਹੈ। ਮੈਮ, ਅਸੀਂ ਤੁਹਾਡੇ ਕੋਲੋਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਗੁਰੂ ਨਗਰੀ ਜਿਹੜੀ ਹੈ ਉਹਨੂੰ ਲੈ ਕੇ ਗੰਦਗੀ ਦੇ ਵਾਈ ਦੇਖਿਆ ਜਾਵੇ ਤੇ ਬਹੁਤ ਜ਼ਿਆਦਾ ਮਾੜੇ ਹਾਲਾਤ ਨਜ਼ਰ ਆ ਰਹੇ ਨੇ। ਇਸ ਸੰਬੰਧੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਇਸ ਤਰ੍ਹਾਂ ਹੈਗਾ ਜਿਹੜੇ ਇਹ ਗੰਦਗੀ ਦੇ ਨਜ਼ਰ ਆ ਰਹੇ ਨੇ, ਅੰਬਾਰ ਨਜ਼ਰ ਆ ਰਹੇ ਨੇ। ਹੁਣ ਅੱਜ ਇਸ ਬਾਰੇ ਬੜਾ ਸ਼ੋਰ ਮਚ ਰਿਹਾ ਕਿਉਂਕਿ ਰੈਂਕਿੰਗ ਬੜੀ ਲੋ ਆਈ ਹੈ ਸਾਡੀ। ਇਸ ਪਿੱਛੇ ਇੰਨਾ ਅਸੀਂ ਸ਼ੋਰ ਮਚਾ ਰਹੇ ਹਾਂ, ਪਰ ਜੇ ਅਸੀਂ ਜਰਨਲ ਦੇਖੀਏ ਤੇ ਕੀ ਸਾਨੂੰ ਇਹ ਕੂੜੇ ਦੇ ਢੇਰ ਵੈਸੇ ਨਹੀਂ ਨਜ਼ਰ ਆਉਂਦੇ? ਅਸੀਂ ਜਦ ਵੀ ਜਾਂਦੇ ਹਾਂ, ਮੈਂ ਲਾਰੈਂਸ ਰੋਡ ਵਰਗੇ ਪੌਸ਼ ਏਰੀਆ 'ਚ ਰਹਿੰਦੀ ਹਾਂ, ਅਸੀਂ ਜਦੋਂ ਉਹ ਸੜਕ ਤੋਂ ਨਿਕਲਦੇ ਹਾਂ ਜਗ੍ਹਾ ਜਗ੍ਹਾ ਗੰਦਗੀ ਦੇ ਢੇਰ ਹੈ ਤੇ ਉਹ ਕਿਉਂ ਨਹੀਂ ਚੁੱਕੇ ਜਾ ਰਹੇ? ਉਹਨਾਂ ਦੇ ਵਾਸਤੇ ਕੋਈ ਕਾਰਵਾਈ ਕਿਉਂ ਨਹੀਂ ਹੈ? ਜਿਹੜੀ ਚੀਜ਼ਾਂ ਅੱਖਾਂ ਨਾਲ ਨਜ਼ਰ ਆ ਰਹੀਆਂ, ਇਹ ਤਾਂ ਜਦੋਂ ਮੇਅਰ ਸਾਹਿਬ ਚੁਣ ਕੇ ਆਏ, ਅਸੀਂ ਗੁਰੂ ਨਗਰੀ ਦੇ ਤੁਸੀਂ ਮੇਅਰ ਹੋ, ਜੇ ਤੁਹਾਨੂੰ ਆਪਣੇ ਆਪ ਹੀ ਇਸ ਚੀਜ਼ ਦੀ ਇੱਕ ਅੰਦਰੋਂ ਹੀ ਭਾਵਨਾ ਉੱਠਦੀ ਹੈ ਕਿ ਮੈਂ ਆਪਣੇ ਸ਼ਹਿਰ ਨੂੰ ਸਾਫ਼ ਰੱਖਣਾ ਹੈ। ਸਾਡਾ ਸ਼ਹਿਰ ਟੂਰਿਜ਼ਮ ਵਾਸਤੇ ਮਸ਼ਹੂਰ ਹੈ, ਇੰਨਾ ਟੂਰਿਜ਼ਮ ਹੈ ਸਾਡੇ ਸ਼ਹਿਰ ਦਾ, ਇਨਕਮ ਸੋਰਸ ਹੈ ਇੰਨਾ ਵੱਡਾ ਟੂਰਿਜ਼ਮ। ਜਿਹੜਾ ਬਾਹਰੋਂ ਆਉਂਦਾ ਹੈ ਟੂਰਿਸਟ, ਉਹ ਕੀ ਇੰਪ੍ਰੈਸ਼ਨ ਲੈ ਕੇ ਜਾਂਦਾ ਹੈ? ਦਿਸ ਇਜ਼ ਅ ਵੈਰੀ ਸ਼ੇਮਫੁਲ ਜੋ ਹੋਇਆ ਹੈ ਆਪਣੀ ਰੈਂਕਿੰਗ ਇੰਨੀ ਲੋ ਆਣਾ। ਤੇ ਇਹ ਅੱਜ 3.5 ਸਾਲਾਂ ਬਾਅਦ ਜੇ ਹੁਣ ਜਾਗ ਗਏ ਨੇ ਤੇ ਔਰ ਸੋਚ ਰਹੇ ਨੇ ਅਸੀਂ ਕਿ ਜਗ੍ਹਾ ਜਗ੍ਹਾ ਮੀਟਿੰਗ ਕਰਕੇ ਲੋਕਾਂ ਵਿੱਚ ਅਸੀਂ ਆਪਣੀ ਰੈਪੂਟੇਸ਼ਨ ਠੀਕ ਕਰ ਸਕਦੇ ਹਾਂ। ਆਈ ਡਾਊਟ, ਕਿਉਂਕਿ ਜੇ ਅਸੀਂ ਲੋਕਾਂ ਨੂੰ ਜਾ ਕੇ ਰਿਕੁਐਸਟ ਕਰ ਵੀ ਰਹੇ ਹਾਂ ਕਿ ਤੁਸੀਂ ਆਪਣਾ ਏਰੀਆ ਸਾਫ਼ ਰੱਖੋ, ਤੁਸੀਂ ਕੂੜਾ ਸੈਗਰੀਗੇਟ ਕਰੋ, ਪਰ ਜੇ ਲੋਕ ਆਪਣਾ ਪਾਰਟ ਕਰ ਲੈਣਗੇ ਤੇ ਕੀ ਅਸੀਂ ਸਮਝਦੇ ਹਾਂ ਕਿ ਕਾਰਪੋਰੇਸ਼ਨ ਇੰਨੀ ਐਫੀਸ਼ੀਐਂਟ ਹੋ ਗਈ ਹੈ? ਕਾਰਪੋਰੇਸ਼ਨ ਵੱਲੋਂ ਤਾਂ ਕੋਈ ਠੀਕ ਤਰ੍ਹਾਂ ਨਾਲ ਕੰਮ ਹੋ ਨਹੀਂ ਰਿਹਾ। ਕਾਰਪੋਰੇਸ਼ਨ ਵਿੱਚ ਅੱਜ ਦੀ ਡੇਟ 'ਚ ਸਾਡੇ ਜਿਹੜੇ ਹੈਗੇ ਨੇ ਕਰਮਚਾਰੀ ਨੇ, ਪਹਿਲੇ ਸਿਰਫ ਇੱਕ ਸਾਡੀ ਜਿਹੜੇ ਹੈਲਥ ਐਂਡ ਸੈਨੀਟਾਈਜੇਸ਼ਨ ਡਿਪਾਰਟਮੈਂਟ ਦੇ ਕੋਲ ਜਿਹੜੇ ਕਰਮਚਾਰੀ ਸੀਗੇ, ਸਾਰਾ ਸ਼ਹਿਰ ਉਹੀ ਸਾਫ਼ ਕਰ ਰਹੇ ਸੀ। ਹੁਣ ਅੱਜ ਦੀ ਡੇਟ 'ਚ 2 ਟੀਮਾਂ ਵਿੱਚ ਡਿਵਾਈਡ ਕਰ ਦਿੱਤਾ ਗਿਆ। ਇੰਫਰਾਸਟ੍ਰਕਚਰ ਕਿੰਨਾ ਜ਼ਿਆਦਾ ਵਧਾ ਲਿੱਤਾ ਗਿਆ, ਪਰ ਕੂੜੇ ਦੇ ਢੇਰ ਵੀ ਉਨੇ ਹੀ ਵੱਧ ਗਏ ਜਿੰਨਾ ਇੰਫਰਾਸਟ੍ਰਕਚਰ ਵਧਿਆ। ਤੇ ਫਿਰ ਅਸੀਂ ਕੀਤਾ ਕੀ? ਫਿਰ ਅਸੀਂ ਖਾਲੀ ਹਾਊਸ ਦਾ ਪੈਸਾ ਖਰਚ ਕੀਤਾ। ਇਹਦਾ ਮਤਲਬ ਇਹਦਾ ਖਾਲੀ ਫालतू ਪੈਸਾ ਖਰਚ ਕਰਕੇ ਆਪਣੀ ਅਸੀਂ ਜੇ ਉਹਨੂੰ ਸੁਧਾਰ ਹੀ ਨਹੀਂ ਪਾਏ, ਆਪਣੀ ਸਿਚੁਏਸ਼ਨ ਉਹਨੇ ਨਹੀਂ ਸੁਧਾਰ ਪਾਏ, ਤੇ ਉਹ ਇੰਫਰਾਸਟ੍ਰਕਚਰ ਡਬਲ ਕਰਨ ਦਾ ਕੀ ਪਰਪਸ ਸੀਗਾ? ਤੇ ਅੱਜ ਸਾਡੀ ਸਿਵਲ ਲਾਈਨ ਤੇ ਜਿਹੜੀ ਇਨਰ ਵਾਲ ਸਿਟੀ ਹੈ ਉਹ 2 ਹਿੱਸਿਆਂ 'ਚ ਡਿਵਾਈਡ ਕਰ ਦਿੱਤੀ ਗਈ ਹੈ। ਪਰ ਇਨਰ ਸਿਟੀ ਦਾ ਵੀ ਉਹੀ ਹਾਲ ਹੈ ਤੇ ਸਿਵਲ ਲਾਈਨ ਦਾ ਵੀ ਉਹੀ ਹਾਲ ਹੈ। ਕਿਸੇ ਵੀ ਏਰੀਆ ਵਿੱਚ ਕੋਈ ਅਸੀਂ ਇੰਪਰੂਵਮੈਂਟ ਨਹੀਂ ਦੇਖਦੇ ਕੂੜੇ ਪ੍ਰਤੀ ਲੈ ਕੇ। ਜਿੱਥੇ 4 ਰੇੜੀਆਂ ਖੜੀਆਂ ਹੁੰਦੀਆਂ ਉਹਦੇ ਆਸ-ਪਾਸ ਜਰਾ ਇੱਕ ਵਾਰ ਚੱਕਰ ਲਗਾ ਕੇ ਦੇਖੋ ਤਾਂ ਤੁਹਾਡਾ ਸਿਰ ਸ਼ਰਮ ਨਾਲ ਝੁਕ ਜਾਏਗਾ ਕਿ ਇਹ ਅਸੀਂ ਗੁਰੂ ਨਗਰੀ 'ਚ ਖੜੇ ਹਾਂ। ਹਾਂਜੀ ਮੈਮ, ਨਜਾਇਜ਼ ਉਸਾਰੀਆਂ ਨੂੰ ਲੈ ਕੇ ਗੱਲ ਕਰੀਏ ਤੇ ਨਜਾਇਜ਼ ਉਸਾਰੀਆਂ ਦਾ ਜਿੰਨੀ ਵਾਰੀ ਵੀ ਹਾਊਸ ਦੀ ਮੀਟਿੰਗ ਹੋਈ ਹੈ ਬਹੁਤ ਰੌਲਾ ਪੈਂਦਾ ਰਿਹਾ। ਕਈ ਵਾਰੀ ਤੇ ਮੈਡਮ ਸੋਨਾਲੀ ਗਿਰੀ ਦੇ ਟਾਈਮ ਉੱਤੇ ਇੱਕ ਦਿਨ ਦੇ ਵਿੱਚ 22 ਇਮਾਰਤਾਂ ਦੀ ਕਾਰਵਾਈ ਕੀਤੀ ਗਈ, ਪਰ ਅੱਜ ਦੀ ਡੇਟ 'ਤੇ ਦੇਖੀਏ ਤਾਂ ਉਹ 22 ਦੀਆਂ 22 ਇਮਾਰਤਾਂ ਜਿਹੜੀਆਂ ਦੁਬਾਰਾ ਉਸੇ ਤਰ੍ਹਾਂ ਸੱਜ ਕੇ ਤਿਆਰ ਹੋ ਗਈਆਂ। ਨਜਾਇਜ਼ ਉਸਾਰੀਆਂ ਦੇ ਕਿਉਂ ਨਹੀਂ ਕਾਰਵਾਈ ਹੁੰਦੀ ਜਾਂ ਕੀ ਕਾਰਨ ਹੈ? ਅੰਦਰ ਟੇਬਲ ਜਿਹੜੀ ਕਿਹੜੀਆਂ ਗੱਲਾਂ ਹੁੰਦੀਆਂ ਹੋਣਗੀਆਂ ਆਪਸੇ ਮਿਲੀ ਭੁਗਤ ਦੇ ਨਾਲ, ਜਿਹਦੇ ਕਰਕੇ ਨਜਾਇਜ਼ ਉਸਾਰੀਆਂ ਦਾ ਹਮੇਸ਼ਾ ਬੋਲਬਾਲਾ ਰਿਹਾ ਜੀ? ਦੇਖੋ, ਮੈਂ ਇਹ ਸਮਝਦੀ ਹਾਂ ਜਿਹੜਾ ਐਮਟੀ ਡਿਪਾਰਟਮੈਂਟ ਜੋ ਕਰ ਰਿਹਾ ਅੱਜ ਦੀ ਡੇਟ 'ਚ, ਇਹ ਜਿਹੜਾ ਅਸੀਂ ਕੂੜੇ ਦਾ ਮੁੱਦਾ ਪਹਿਲੇ ਚੁੱਕਿਆ, ਇਹ ਉਸ ਤੋਂ ਵੀ ਜ਼ਿਆਦਾ ਸ਼ਰਮਨਾਕ ਨੇ। ਜਿਹੜਾ ਕੂੜੇ ਦਾ ਮੁੱਦਾ ਹੈ, ਕੱਲ ਨੂੰ ਜੇ ਠੀਕ ਗਵਰਨੈਂਸ ਆਂਦੀ ਹੈ ਤੇ ਅਸੀਂ ਉਹ ਕੂੜੇ ਦਾ ਮਸਲਾ ਤਾਂ ਫੇਰ ਵੀ ਸੋਲਵ ਕਰ ਸਕਦੇ ਹਾਂ, ਪਰ ਜਿਹੜੀਆਂ ਨਜਾਇਜ਼ ਉਸਾਰੀਆਂ ਹੋ ਚੁੱਕੀਆਂ ਉਹਨਾਂ ਦਾ ਮਸਲਾ ਕਿਸ ਤਰ੍ਹਾਂ ਸੋਲਵ ਹੋਏਗਾ? ਉਹ ਮਸਲਾ ਤਾਂ ਫੋਰ ਐਵਰ ਹੈ। ਇੱਕ ਵਾਰ ਜਿਹੜੀ ਬਿਲਡਿੰਗ ਬਣ ਗਈ ਉਹ ਫੋਰ ਐਵਰ ਹੈ,
ਉਹਦਾ ਕੋਈ ਇਲਾਜ ਨਹੀਂ ਕਿਸੇ ਕੋਲ। ਤੇ ਇਹ ਜਿਹੜੀ ਤੁਸੀਂ ਦੂਸਰੀ ਗੱਲ ਕੀਤੀ ਕਿ ਐਸੀ ਕੀ ਅੰਦਰ ਖਾਤੇ ਚੱਲ ਰਹੀ ਹੈ ਸਿਸਟਮ ਕੀ ਜਿਹੜਾ ਉਹ ਸਾਰੀਆਂ ਹੁੰਦੀਆਂ ਹੀ ਜਾ ਰਹੀਆਂ, ਉਹਨਾਂ ਨੂੰ ਕੋਈ ਰੋਕ ਨਹੀਂ ਪਾ ਰਿਹਾ। ਜਦੋਂ ਹਾਊਸ ਸ਼ੁਰੂ ਹੋਇਆ ਪਹਿਲੇ 2 ਸਾਲ ਸਿਰਫ ਔਰ ਸਿਰਫ ਇੱਕੋ ਮੁੱਦਾ ਹਰ ਵਕਤ ਚੁੱਕਿਆ ਗਿਆ विपक्ष वालों भी, और बहुत कुछ मैं कहांगी कि कांग्रेस के अपने कौंसलर ने भी काफ़ी चुकन की मुद्दा कोशिश की, पर इन्नी इन्होंने मजबूरी जाहिर की कि साढ़े को तो सिस्टम ही नहीं है जी। तो मैं समझिए सिस्टम नहीं बिल ही नहीं है सो और इन्नी मतलब अजीब जी गल सुनन चाहती सी कि असी जाने जी असी ताला लगाने 2 दिन बाद ताला खुलिया होंगे, और नैचुरली ताला खोलना कितना मुश्किल है। तो मतलब बच्चों वाला खेल है, तो यह तो अपने आप ही मौका देने वाली गल है। मैं तो यह समझांगी कि अपने आप ही तुसी उन्होंने मौका दे दिता और उन्होंने रस्ता दिखा दिता भी ठीक है असी कर लांगे, तुसी दूसरी मंजिल पा लो। तो दूसरी मंजिल पाने विच तो कॉरपोरेशन को इंफ्रास्ट्रक्चर ही नहीं है जो दूसरी मंजिल पै जाए तो उन्होंने डिमोलिश करने का। तो यह तो आपे ही उन्होंने जब तक उन्होंने पहली मंजिल नहीं पई तब तक असी अपनी ढिल दिखाते रहे, जब उन्होंने दूसरी मंजिल पै गई तो असी अपनी हेल्पलैसनेस शो कर दी। और शहर च इन्नियां छिहाटे वाली साइड चले जाओ या असी मेन लॉरेंस रोड पर भी देखिए तो काफ़ी ऐसिया बिल्डिंग सानू नज़र आती हैं जिन्होंने अपना कितना अगे तक वधाया हुआ है सिस्टम। तो हुण पिछे एक होया भी है एक्शन ग्रीन एवेन्यू, तो मैं तो समझनी है एक बिल्डिंग उन्होंने नज़र आई पूरे शहर में, यह तो साफ नज़र आ रहा है कि वो की करना चाहते हैं। तो यह तो एमटी डिपार्टमेंट एक कहावत है कमाऊ पुत असी यूजुअली सुनने, तो सब तो ज़्यादा कमाऊ पुत है और उन्होंने असी पूरी खुली छूट दी है कि जिथे मर्जी जाए। तो तुसी समझ ही सकते हो जो इन्नियां बिल्डिंगां बन गई तो नैचुरली उन्होंने मतलब किस तरह बन गई, केड़ी मिली भगत ना बन गई, तो पैसा किदी जेब च गया, ये मेरे ख्याल जुबान तो कहने की लोड़ नहीं है, अंडरस्टूड ही है। हाँ जी मैम, पक्ष ते विपक्ष की गल करिए इस बार निगम चोणों के कांग्रेस का बहुमत रहा 13-14 के करीब, अकाली भाजपा ਜਿਹੜੇ कौंसलर ਜਿਹੜੇ है मैं पिछे सुनन ਨੂੰ देखिया ਸੀ कि ਜਿਹੜੇ अकाली भाजपा कौंसलर ਦੀਆਂ ਵਾਰਡਾਂ ਹੈ ਉਹਨਾਂ ਨੂੰ विकास ਕੰਮਾਂ ਨੂੰ ਲੈ ਕੇ ਇੱਕ मतभेद ਜਿਹਾ ਰੱਖਿਆ ਜਾ ਰਿਹਾ, विकास ਕੰਮਾਂ ਨੂੰ ਲੈ ਕੇ ਜਿਹੜਾ अनदेखा किया जा रहा, ਕੀ ਇਹ सच्चाई है जी? जी ये गल बिल्कुल सच्ची है, ਇਹਦੇ ਵਿੱਚ ਅਸੀਂ मतलब कोई दो राय नहीं है। तो खाली यह नहीं कि डिवीजन रखी जा रही है विपक्ष के पक्ष ਨੂੰ ਲੈ ਕੇ, बल्कि जे किते कोई काम हुंदा जरूरी भी है जिन्हों असी 50 बार रिक्वेस्ट करके कराने की कोशिश करने हैं। ये जो कर्मचारी उत्थों आते हैं वो आके चुने हुए निमाउंदे जिहड़े हैगे विपक्ष के उन्होंने नहीं मिलते, वो जाके अपने ही बंदियां दे विच जाके उस काम नूं पूरा करने की कोशिश करते हैं। और वो नैचुरली अद्धा 75 क्योंकि उन्होंने जिहड़ा दूसरा बंदा हैगा जिहड़ा अपनी उन्हां दा पार्टी का बंदा है उन्होंने पता ही नहीं, नॉलेज ही नहीं सब्जैक्ट की, क्योंकि वो उन्होंने डील ही नहीं कर रहा। तो डील तो वही कर रहा जो चुनिया हुआ नुमाइंदा है, तो उन्होंने छुड़वा के उतों की काम तो वो नैचुरली अद्धा 75 काम होके तो वो अपनी खाना पूर्ति करके चले जाते हैं। मैम कोरोना काल दे विच काफ़ी मुश्किल लोगों को मिलियां, इस दौरान जिहड़ा स्टेट वालों केंद्र सरकार वालों आया राशन जिहड़ा वो किस तरीके नाल डिस्ट्रीब्यूट किया गया, इस बारे दस्सिओ जी। इस तरह है कि डिस्ट्रीब्यूट सारे किते जो भी होया, क्योंकि सब तो ज़्यादा वड्डा काम राशन डिस्ट्रीब्यूशन का ही इनिशियली होया, क्योंकि जब बंद होया तो यही आइडिया लगाया गया कि जिहड़े लोग घरां दे अंदर बैठे ने या जिहड़े दिहाड़ीदार मजदूर ने उन्हां वास्ते सब तो वड्डी मुश्किल पैदा हो गई। तो ये जिहड़ा साडा पर्सनल एक्सपीरियंस है वो तो एक्सपीरियंस है जी, असी अपने वालों बहुत ज़्यादा करने की कोशिश की, साडे नाल जुड़े हुए जिहड़े लोग साडे एरिया च रहिंदे ने उन्होंने सानू बहुत सपोर्ट किया इहदे वास्ते। पर जदों साडी भी एक लिमिट सी, जदों बस हुंदी सी असी कॉरपोरेशन तो जाके एट लास्ट डिमांड करते सी जिहदी सानू बहुत उम्मीद नहीं सी हुंदी, पर फिर भी असी अपनी एरिया दे जिहड़ी रिक्वायरमेंट सी पूरी करना साडी ड्यूटी सीगी। असी जाके उन्होंने जदों ही जिन्नी बार भी रिक्वेस्ट की, एक बड़ी अजीब जी गल देखने चाहिए कि वो आके अपने कांग्रेस के ही बंदियां अप्रोच करते सी जिन्हां कोल कोई लिस्टां ही नहीं सीगियां कि किहड़े एरिया किहड़े लोगों तक पहुँचाना जरूरी है राशन, क्योंकि असी चुने हुए नुमाइंदे जो रिक्वेस्ट सी वो साडे तक पहुँचती सीगी, पर वो लोगों को इस चीज़ की कोई नॉलेज नहीं सीगी।
ਔਰ ਉਹਨਾਂ ਰਾਸ਼ਨ ਜਦ ਉਹਨਾਂ ਤੱਕ ਪਹੁੰਚਦਾ ਸੀ ਤੇ ਉਹ ਆਪਸ 'ਚ ਫਿਰ ਵੰਡ ਵੁੰਡ ਕੇ ਖਤਮ ਹੁੰਦੀ ਜਾਂਦੀ ਸੀ ਚੀਜ਼। ਮੈਮ ਮੈਂ ਵੀ ਦੇਖਣ ਨੂੰ ਮਿਲਿਆ ਕਿ ਕੇਂਦਰ ਸਰਕਾਰ ਵੱਲੋਂ ਜਿਹੜਾ ਆਇਆ ਰਾਸ਼ਨ ਹੈ ਉਹ ਪੂਰੀ ਤਰ੍ਹਾਂ ਲੋਕਾਂ ਨੂੰ ਡਿਸਟ੍ਰੀਬਿਊਟ ਨਹੀਂ ਕੀਤਾ ਗਿਆ। ਇਹਦੇ ਵਿੱਚ ਅਕਾਲੀ ਭਾਜਪਾ ਨੁਮਾਇੰਦੇ ਖੁਦ ਕਹਿੰਦੇ ਕਿ ਜਿੰਨਾ ਕੁ ਸਮਾਨ ਜਿਹੜਾ ਉਹ ਆਇਆ ਉਹ ਪੂਰੀ ਤਰ੍ਹਾਂ ਜਿਹੜਾ ਵਾ ਲੋਕਾਂ ਤੱਕ ਨਹੀਂ ਪਹੁੰਚਿਆ। ਜੇ ਲੋਕਾਂ ਤੱਕ ਨਹੀਂ ਪਹੁੰਚਿਆ ਤਾਂ ਸਮਾਨ ਜਿਹੜਾ ਕਿੱਥੇ ਜਾਏਗਾ ਜੀ? ਇਹ ਮੇਰੇ ਖਿਆਲ ਮੂੰਹ ਬੋਲਣ ਵਾਲੀ ਗੱਲ ਨਹੀਂ ਕਿ ਕਿੱਥੇ ਗਿਆ ਹੋਏਗਾ। ਇਹ ਵੈਰੀ ਅੰਡਰਸਟੂਡ ਹੈ। ਜੇ ਸਮਾਨ ਆਇਆ ਹੈ ਤੇ ਉਹ ਕਿੱਥੇ ਜਾ ਸਕਦਾ ਹੈ ਜੇ ਉਹ ਲੋਕਾਂ ਤੱਕ ਨਹੀਂ ਪਹੁੰਚਦਾ। ਤੇ ਨੈਚੁਰਲੀ ਜਿਹੜੇ ਵਿਚੋਲੇ ਜਿਹੜੇ ਬੈਠੇ ਆ ਜਿਨ੍ਹਾਂ ਤੇ ਉਹ ਸਮਾਨ ਪਹੁੰਚਿਆ, ਇਹ ਉਹਨਾਂ ਦੀ ਆਪਣੀ ਮਤਲਬ ਸਿਸਟਮ ਹੈਗਾ। ਉਹਨਾਂ ਨੇ ਆਪਣੇ ਸਿਸਟਮ ਵਿੱਚ ਹੀ ਉਹ ਸਾਰੇ ਸਮਾਨ ਦੀ ਖਪਤ ਕਰਕੇ ਤੇ ਉਹਦਾ ਸ਼ਾਇਦ ਜਾਂ ਹੋ ਸਕਦਾ ਹੈ ਕਿ ਉਹਨਾਂ ਨੂੰ ਮਾਰਕੀਟ 'ਚ ਵੇਚਿਆ ਜਾਂ ਕਿਸ ਤਰ੍ਹਾਂ ਕਿੱਥੇ ਗਿਆ ਸਮਾਨ, ਇਹ ਤਾਂ ਉਹੀ ਜਵਾਬ ਦੇ ਸਕਦੇ ਆ। ਹਾਊਸ ਦੇ ਵਿੱਚ ਗਠਬੰਧਨ ਜਿਹੜਾ ਹੈ ਉਹ ਕਈ ਵਾਰੀ ਦੇਖਦਾ ਜੀ ਕਿ ਪੈਸੇ ਦੀ ਬਹੁਤ ਜਿਹੜੀ ਕਮੀ ਨਿਗਮ ਦੇ ਵਿੱਚ ਨਜ਼ਰ ਆ ਰਹੀ ਹੈ। ਪੈਸੇ ਦੀ ਘਾਟ ਹੈ। ਵਿਕਾਸ ਕੰਮ ਜਿਹੜੇ ਆ ਉਹ ਤੁਹਾਡੇ ਮੁਤਾਬਕ ਜਿਹੜੇ ਆ ਪੂਰੀ ਤਰ੍ਹਾਂ ਖੁੱਲ ਕੇ ਨਹੀਂ ਹੋਏ। ਤੇ ਪਰ ਜੇ ਦੂਸਰੇ ਪਾਸੇ ਦੇਖੀਏ ਤਾਂ ਬਹੁਤ ਸਾਰੀ ਕੰਪਨੀਆਂ ਨੂੰ ਪ੍ਰਾਈਵੇਟੇਸ਼ਨ ਦੇ ਵਿੱਚ ਲਿਆਂਦਾ ਗਿਆ। ਤੇ ਜੇ ਵਿਕਾਸ ਦੇ ਕੰਮਾਂ ਨੂੰ ਪੈਸੇ ਜਿਹੜੇ ਆ ਕਮੀ ਆ ਰਹੀ ਹੈ ਤੇ ਜਿਹੜੀ ਠੇਕੇਦਾਰੀ ਸਿਸਟਮ ਨੂੰ ਜਿਹੜਾ ਪੈਸਾ ਦਿੱਤਾ ਜਾ ਰਿਹਾ ਕੀ ਉਹ ਜਾਇਜ਼ ਹੈ ਜੀ? ਠੇਕੇਦਾਰੀ ਸਿਸਟਮ ਨੂੰ ਪੈਸਾ ਵੀ ਦਿੱਤਾ ਜਾ ਰਿਹਾ ਔਰ ਉਹਨਾਂ ਤੋਂ ਕੰਮ ਵੀ ਨਹੀਂ ਲਿੱਤਾ ਜਾ ਰਿਹਾ। ਤੇ ਨੈਚੁਰਲੀ ਅਸੀਂ ਇਹੀ ਗੱਲ ਕਹਾਂਗੇ ਕਿ ਇਹ ਜਾਇਜ਼ ਹੈ। ਤੇ ਜਿਹੜਾ ਤੁਸੀਂ ਪੁੱਛਿਆ ਜਾਇਜ਼ ਹੈ, ਮੈਂ ਨਹੀਂ ਕਹਿ ਸਕਦੀ ਇਹ ਜਾਇਜ਼ ਹੈ, ਕਿਉਂਕਿ ਜੇ ਅਸੀਂ ਪੈਸੇ ਵੀ ਦੇ ਦਿੱਤੇ ਆਪਣੇ ਨਿਗਮ ਇੱਕੋ ਗੱਲ ਤੇ ਰੋ ਰਿਹਾ ਕਿ ਸਾਡੇ ਕੋਲ ਪੂਰਾ ਪੈਸਾ ਨਹੀਂ, ਜਦਕਿ ਨਿਗਮ ਕੋਲ ਇਨਫ ਸੋਰਸ ਨੇ ਕਮਾਈ ਦੇ। ਸਾਡੇ ਕੋਲ ਐਮਟੀਪੀ ਡਿਪਾਰਟਮੈਂਟ ਹੈਗਾ, ਸਾਡੇ ਕੋਲ ਵਾਟਰ ਸਪਲਾਈ ਸੈਨੀਟਾਈਜੇਸ਼ਨ ਡਿਪਾਰਟਮੈਂਟ ਹੈਗਾ, ਸਾਡੇ ਕੋਲ ਹੈਲਥ ਜਿਹੜੇ ਦੂਸਰੇ ਡਿਪਾਰਟਮੈਂਟਸ ਹੈਗੇ ਨੇ, ਹਾਊਸ ਟੈਕਸ ਡਿਪਾਰਟਮੈਂਟ ਨੇ। ਤੇ ਸਾਡੇ ਕੋਲ ਇਨਕਮ ਦੇ ਇਨਫ ਸਿਸਟਮ ਹੈ। ਜੇ ਇਨਕਮ ਨਹੀਂ ਹੈ ਤੇ ਸਿਰਫ ਇੱਕੋ ਕਾਰਨ ਹੈ ਕਿ ਉਹਨਾਂ ਜਿਹੜੇ ਡਿਪਾਰਟਮੈਂਟਸ ਹੈ ਉਹਨਾਂ ਵਿੱਚ ਕੰਮ ਠੀਕ ਤਰੀਕੇ ਨਾਲ ਨਹੀਂ ਹੋ ਰਿਹਾ। ਤੇ ਜੇ ਉਹ ਕੰਮ ਠੀਕ ਤਰੀਕੇ ਨਾਲ ਹੋਣ ਤੇ ਸਾਡੇ ਕੋਲ ਸਾਧਨਾਂ ਦੀ ਕਮੀ ਨਹੀਂ ਹੈਗੀ। ਤੇ ਉਹਦੇ ਬਾਅਦ ਪ੍ਰਾਈਵੇਟਾਈਜੇਸ਼ਨ, ਚਲੋ ਜੇ ਸ਼ਹਿਰ ਦੀ ਸਾਨੂੰ ਲੱਗਦਾ ਕਿ ਸਾਡਾ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਇਨਫ ਨਹੀਂ ਹੈ ਕੰਮ ਕਰਾਉਣ ਲਈ, ਤੇ ਜੇ ਅਸੀਂ ਪ੍ਰਾਈਵੇਟਾਈਜੇਸ਼ਨ ਕਰਾਉਂਦੀਆਂ ਨੇ ਸਰਕਾਰਾਂ, ਤੇ ਜੇ ਅਸੀਂ ਉਹਨਾਂ ਨੇ ਵੀ ਕਰਾਈ ਹੈ ਕੁਝ ਸੋਚ ਕੇ, ਪਰ ਜੇ ਉਹਦੇ ਕੋਲੋਂ ਕੰਮ ਹੀ ਨਹੀਂ ਲਿੱਤਾ ਤੇ ਆਈ ਥਿੰਕ ਕਿ ਕਿਸੇ ਕਾਰਨ ਉਹਨਾਂ ਨੂੰ ਢਿੱਲ ਦਿੱਤੀ ਜਾ ਰਹੀ ਹੈ। ਇਹਦਾ ਮਤਲਬ ਕੋਈ ਸਾਫ਼ ਹੁੰਦਾ ਕਿ ਕਿਤੇ ਨਾ ਕਿਤੇ ਅੰਦਰ ਖਾਤੇ ਕੁਝ ਐਸੀ ਸੈਟਿੰਗ ਹੈਗੀ ਹੈ ਕਿ ਉਹ ਅਲਾਉ ਕਰਦੇ ਕਿ ਠੀਕ ਹੈ ਜੀ ਜਿੰਨਾ ਕੰਮ ਤੁਸੀਂ ਕਰਨਾ ਚਾਹੁੰਦੇ ਹੋ ਕਰੋ ਤੇ ਬਾਕੀ ਅਸੀਂ ਸਿਸਟਮ ਨੂੰ ਛੱਡ ਦਈਏ। ਮੈਂ ਇੱਕ ਆਖਰੀ ਸਵਾਲ, ਪਿਛਲੇ ਗਠਬੰਧਨ ਹਾਊਸ ਦੀ ਗੱਲ ਕਰੀਏ ਤੇ ਵਿਪਕਸ਼ ਦੇ ਵਿੱਚ ਕਰੀਬ 4 ਕੌਂਸਲਰ ਸੀਗੇ, ਜਿਨ੍ਹਾਂ ਚੋਂ ਇੱਕ ਕੌਂਸਲਰ ਨਾਮ ਬਰਾਬਰ ਸੀਗੇ, ਉਹਨਾਂ ਦੀ ਹਾਜ਼ਰੀ ਬਹੁਤ ਘੱਟ ਰਹੀ ਹੈ। ਪਰ ਉਹਨਾਂ ਦੇ ਵਿੱਚੋਂ 65 ਕੌਂਸਲਰਾਂ ਵਿੱਚੋਂ ਦੇਖਿਆ ਜਾਵੇ ਤੇ ਵਿਪਕਸ਼ ਦਾ ਕੌਂਸਲਰ ਰਾਜਕਮਲ ਪ੍ਰੀਤਪਾਲ ਸਿੰਘ ਲੱਕੀ ਸੀਗੇ। ਉਹ ਹਾਊਸ ਤੇ ਹਮੇਸ਼ਾ ਬਹੁਤ ਜ਼ਿਆਦਾ ਹੈਵੀ ਰਿਹਾ। ਇੱਕ ਹਾਊਸ ਦੀ ਮੀਟਿੰਗ ਤੇ ਉਹਨਾਂ ਨੇ ਇੱਕ ਡੋਂਗੇ ਫੜ ਕੇ ਜਿਹੜੇ ਆ ਉਹ ਮੇਅਰ ਬਖਸ਼ੀ ਰਾਮ ਅਰੋੜਾ ਜੀ ਤੇ ਕਮਿਸ਼ਨਰ ਸਬਰਵਾਲ ਜੀ ਦੇ ਅੱਗੇ ਰੱਖ ਦਿੱਤੇ ਸੀਗੇ। ਇੱਕ ਦੋ ਵਾਰੀ ਝਾੜੂ ਵੀ ਹੈ, ਉਹਨਾਂ ਵੱਲੋਂ ਡਟ ਕੇ ਜਿਹੜਾ ਵਾ ਉਹ ਵਿਰੋਧ ਕੀਤਾ ਜਾਂਦਾ ਰਿਹਾ ਜੀ ਵਿਪਕਸ਼ ਦੇ ਵਿੱਚ। ਪਰ ਮੈਂ ਇਸ ਵਾਰੀ ਦੇਖਿਆ ਕਿ 13-14 ਅਕਾਲੀ ਭਾਜਪਾ ਕੌਂਸਲਰ ਹੋਣ ਦੇ ਬਾਵਜੂਦ ਵੀ ਜਿਹੋ ਜਿਹੀ ਆਵਾਜ਼ ਦਮਦਾਰ ਹੋਣੀ ਚਾਹੀਦੀ ਸੀ, ਵਿਪਕਸ਼ ਮੈਨੂੰ ਲੱਗ ਰਿਹਾ ਕਿ ਜਿਸ ਤਰ੍ਹਾਂ ਢਿੱਲਾ ਨਜ਼ਰ ਆਇਆ। ਇਸ ਸੰਬੰਧ ਤੁਸੀਂ ਕਹਿਣਾ ਚਾਹੋਗੇ ਜੀ? ਦੇਖੋ, ਜਿਹਨੂੰ ਤੁਸੀਂ ਢਿੱਲਾ ਕਹਿ ਰਹੇ ਹੋ ਉਹ ਮੇਰੇ ਵਾਸਤੇ ਸਿਵਲਾਈਜ਼ਡ ਵੇ ਹੈ। ਹਰ ਕੰਮ ਕਰਨ ਦੇ 2 ਤਰੀਕੇ ਨੇ, ਜਾਂ ਤਾਂ ਅਸੀਂ ਜੋਰ ਦੀ ਉਹਦੇ ਬਾਰੇ ਚੀਕਾ ਮਾਰੀਏ ਤੇ ਜਾਂ ਅਸੀਂ ਸਿਸਟਮੈਟਿਕਲੀ ਉਹ ਚੀਜ਼ ਨੂੰ ਅੱਗੇ ਪੇਸ਼ ਕਰੀਏ। ਤੇ ਜਿਹੜੇ ਤੁਸੀਂ ਗੱਲ ਕੀਤੀ, ਇਹਦੇ 2 ਰੀਜ਼ਨ ਰਹੇ। ਇੱਕ ਤਾਂ ਇਹੀ ਹੈ ਕਿ ਮੈਂ ਕਹਾਂਗੀ ਕਿ ਅਸੀਂ ਇੱਕ ਸਿਵਲਾਈਜ਼ਡ ਵੇ ਨਾਲ ਆਪਣੀ ਆਵਾਜ਼ ਉਠਾਉਣ ਦੀ ਕੋਸ਼ਿਸ਼ ਕੀਤੀ ਤੇ ਅਸੀਂ ਫालतू ਪ੍ਰੌਪਸ ਇਕੱਠੇ ਕਰਕੇ ਇੱਕ ਡਰਾਮਾ ਨਹੀਂ ਬਣਾਇਆ ਉਸ ਚੀਜ਼ ਦਾ, ਬਲਕਿ ਰਾਈਟ ਮੁੱਦਿਆਂ ਤੇ ਅਸੀਂ ਗੱਲ ਕੀਤੀ। ਜਦੋਂ ਐਮਟੀਪੀ ਡਿਪਾਰਟਮੈਂਟ ਦੇ ਬੜਾ ਸ਼ੋਰ ਮਚਾਉਣ ਦੀ ਅਸੀਂ ਕੋਸ਼ਿਸ਼ ਕੀਤੀ, ਨਿਊਜ਼ਪੇਪਰ ਦੀ ਕਟਿੰਗਸ ਸੀਗੀਆਂ ਸਾਡੇ ਕਾਉਂਸਲਰਸ ਕੋਲ, ਤੇ ਉਹ ਤੱਕ ਦਿਖਾ ਕੇ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਦੇਖੋ ਹਰ ਅਖਬਾਰ ਇੱਕੋ ਚੀਜ਼ ਕਵਰ ਕਰ ਰਿਹਾ ਹੈ ਤੇ ਐਕਸ਼ਨ ਤੁਸੀਂ ਕਿਉਂ ਨਹੀਂ ਕਰਨਾ ਚਾਹੁੰਦੇ? ਕੀ ਰੀਜ਼ਨ ਹੈ ਕਿ ਤੁਸੀਂ ਇੰਨੀ ਢਿੱਲ ਦਿਖਾ ਰਹੇ ਹੋ ਇਸ ਬਾਰੇ, ਜਿਹਦਾ ਕਿ ਕੋਈ ਜਵਾਬ ਹੀ ਨਹੀਂ ਸੀ ਹੈਗਾ। ਅੱਜ ਤੱਕ ਜਿੰਨੇ ਵੀ ਸਵਾਲ ਪੁੱਛੇ ਗਏ ਮੇਅਰ ਸਾਹਿਬ ਕੋਲੋਂ, ਕਦੇ ਵੀ ਕਿਸੇ ਗੱਲ ਦਾ ਕੋਈ ਪ੍ਰੋਪਰ ਜਵਾਬ ਦਿੱਤਾ ਹੀ ਨਹੀਂ ਗਿਆ। ਤੇ ਦੂਸਰੀ ਜਿਹੜਾ ਸੈਕੰਡ ਕਾਰਨ ਹੈ ਵਿਪਕਸ਼ ਦੀ ਆਵਾਜ਼ ਉਨੀ ਬੁਲੰਦ ਨਾ ਹੋਣ ਦਾ, ਕਿਉਂਕਿ ਉਹਨਾਂ ਦੀ ਆਵਾਜ਼ ਕਾਰਪੋਰੇਸ਼ਨ ਵਿੱਚ ਦਬਾ ਦਿੱਤੀ ਜਾਂਦੀ ਹੈ। ਕੋਸ਼ਿਸ਼ ਇਹ ਕੀਤੀ ਜਾਂਦੀ ਹੈ, ਇਸ ਵਾਰ ਤੁਹਾਨੂੰ ਯਾਦ ਹੋਏਗਾ ਪਿਛਲੀ ਇੱਕ ਮੀਟਿੰਗ ਸਿਰਫ 3 ਮਿੰਟ ਵਿੱਚ ਮੇਅਰ ਸਾਹਿਬ ਨੇ ਖਤਮ ਕਰ ਦਿੱਤੀ।
ਹੁਣ ਇਹ ਕੀ ਸ਼ੋ ਕਰਦਾ ਹੈ, ਇਹ ਮਤਲਬ ਇਹ ਖਾਲੀ ਵਿਪਕਸ਼ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਨਹੀਂ, ਇਹ ਤਾਂ ਇਹਨਾਂ ਤੇ ਸਾਰੇ ਕਾਉਂਸਲਰਸ ਦੀ ਆਵਾਜ਼ ਨੂੰ ਦਬਾਇਆ ਗਿਆ। ਜਿਹੜੇ ਵਿਪਕਸ਼ ਦੇ ਕਾਉਂਸਲਰ ਨੇ ਆਪਣੀ ਕੰਸਰਨ ਰੱਖਣੇ ਹੁੰਦੇ ਨੇ, ਜਿਹੜੇ ਆਪਣੇ ਕਾਉਂਸਲਰ ਹੈ ਆਪਣੇ ਕੰਸਰਨ ਸਾਨੂੰ ਉੱਠ ਕੇ ਜ਼ਿੱਦ ਕਰਕੇ ਆਪਣੀ ਗੱਲ ਕਹਿਣੀ ਪੈਂਦੀ ਹੈ, ਔਰ ਸਾਡੀ ਗੱਲ ਦੇ ਵਿੱਚੋਂ ਅੱਧੀ ਗੱਲ ਕੱਟ ਕੇ ਸਾਨੂੰ ਜੇ ਅਸੀਂ ਸਿਵਲਾਈਜ਼ਡ ਹਾਂ ਤੇ ਉਹਦਾ ਫਾਇਦਾ ਉਠਾ ਕੇ ਮੈਂ ਕਹਾਂਗੀ ਕਿ ਸਾਡੀ ਆਵਾਜ਼ ਨੂੰ ਦਬਾ ਕੇ ਤੇ ਪਹਿਲੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਲੱਕੀਜ਼ ਹੁੰਦੇ ਸੀਗੇ ਤੇ ਉਹਨਾਂ ਦੀ, ਤੇ ਤੁਹਾਨੂੰ ਯਾਦ ਹੋਏਗਾ ਜਦ ਹਾਊਸ ਸ਼ੁਰੂ ਹੁੰਦਾ ਸੀ ਸਭ ਤੋਂ ਪਹਿਲਾਂ ਮੌਕਾ ਲੱਕੀ ਜੀ ਨੂੰ ਦਿੱਤਾ ਜਾਂਦਾ ਸੀ। ਸਭ ਤੋਂ ਪਹਿਲੀ ਆਵਾਜ਼ ਜਿਹੜੀ ਸੀਗੀ ਉਹ ਵਿਪਕਸ਼ ਦੀ ਹੁੰਦੀ ਸੀ, ਉਹਦੇ ਬਾਅਦ ਆਪਣੇ ਕਾਉਂਸਲਰ ਬੋਲਦੇ ਸੀਗੇ। ਤੇ ਇੱਥੇ ਤਾਂ ਪਹਿਲੀ ਆਵਾਜ਼ ਤਾਂ ਚਲੋ ਛੱਡ ਹੀ ਰਹੀ ਹੈ ਅਸੀਂ, ਔਰ ਵਿੱਚ ਵੀ ਅਸੀਂ ਜਦ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਸਾਡੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਸੀਂ ਗੱਲ ਕਰ ਰਹੇ ਸੀਗੇ ਨਗਰ ਨਿਗਮ ਹਾਊਸ ਤੇ ਜਿਹੜੇ ਵਿਪਕਸ਼ ਦੇ ਨੇਤਾ ਸੰਧਿਆ ਸਿੱਕਾ ਜੀ, ਉਹਨਾਂ ਦੇ ਪਤੀ ਵੀ ਅੱਜ ਸਾਡੇ ਵਿਚਕਾਰ ਮੌਜੂਦ ਹੈ, ਅਨੂ ਸਿੱਕਾ ਜੀ। ਇਹ ਪਰਿਵਾਰ ਲਗਾਤਾਰ ਪਿਛਲੇ 15 ਸਾਲਾਂ ਤੋਂ ਨੁਮਾਇੰਦਗੀ ਕਰਦਾ ਆ ਰਿਹਾ ਨਗਰ ਨਿਗਮ ਦੀ, ਲਗਾਤਾਰ 3 ਵਾਰੀ ਹੈਟ੍ਰਿਕ ਜਿਹੜੀ ਇਹਨਾਂ ਵੱਲੋਂ ਜਿੱਤ ਦੀ ਬਣਾਈ ਹੈ। ਸਿੱਕਾ ਸਾਹਿਬ ਖੁਦ ਕੌਂਸਲ ਰਹਿ ਚੁੱਕੇ, ਅਸੀਂ ਇਹਨਾਂ ਨਾਲ ਵੀ ਗੱਲਬਾਤ ਜਿਹੜੀ ਕਰਾਂਗੇ। ਸਿੱਕਾ ਸਾਹਿਬ ਆਪਣਾ ਨਾਮ ਤੇ ਡੈਜਿਗਨੇਸ਼ਨ ਦੱਸੋ ਜੀ, ਇਸ ਵੇਲੇ ਕੀ ਹੈ ਤੁਸੀਂ? ਸਭ ਤੋਂ ਪਹਿਲੇ ਤਾਂ ਮੈਂ ਸਾਰੇ ਸਰੋਤਿਆਂ ਦਾ ਬਹੁਤ ਸਵਾਗਤ ਕਰਦਾ ਹਾਂ ਔਰ ਆਜ਼ਾਦ ਟੀਵੀ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ ਸਾਨੂੰ ਮੌਕਾ ਦਿੱਤਾ, ਇੱਕ ਪਲੇਟਫਾਰਮ ਦਿੱਤਾ ਹੈ ਆਪਣੀ ਗੱਲ ਕਰਨ ਦਾ। ਮੈਨੂੰ ਯਾਦ ਹੈ 2007 ਵਿੱਚ ਅਸੀਂ ਵਾਰਡ ਨੰਬਰ 12 ਤੋਂ ਮੈਂ ਚੁਣ ਕੇ ਆਇਆ ਸੀਗਾ ਔਰ ਉਸ ਵੇਲੇ ਸਾਡੇ ਮਾਨਯੋਗ ਮੇਅਰ ਸਾਹਿਬ ਸ਼ਵੇਤ ਮਲਿਕ ਜੀ ਸੀਗੇ। ਥੋੜਾ ਆਪਣੀਆਂ ਯਾਦਾਂ ਨੂੰ ਮੈਂ ਪਿੱਛੇ ਲੈ ਕੇ ਜਾਂਦਾ, ਤੁਹਾਡੇ ਨਾਲ ਐਕਸਪੀਰੀਅੰਸ ਸ਼ੇਅਰ ਕਰਦਾ। ਬਹੁਤ ਹੀ ਸੁਖਾਵਾਂ ਵਧੀਆ ਮਾਹੌਲ ਸੀਗਾ ਕਿਉਂਕਿ ਸਾਨੂੰ 1 ਬਾਈ 1 ਇੱਕ ਮੌਕਾ ਦਿੱਤਾ ਜਾਂਦਾ ਸੀਗਾ ਆਪਣੀ ਗੱਲਾਂ ਕਰਨ ਦਾ, ਆਪਣੀਆਂ ਡਿਵੈਲਪਮੈਂਟ ਦੀਆਂ ਸਕੀਮਸ ਸਾਡੇ ਮਨ 'ਚ ਜੋ ਚੀਜ਼ਾਂ ਚੱਲ ਰਹੀਆਂ ਉਹਨਾਂ ਨੂੰ ਰੱਖਣ ਦਾ। ਮੈਨੂੰ ਯਾਦ ਹੈ ਉਸ ਵੇਲੇ ਵੀ ਬੜੇ ਥੋੜੇ ਜਿਹੇ ਕੌਂਸਲਰ ਸੀਗੇ ਵਿਪਕਸ਼ ਦੇ ਔਰ ਰੰਜਨ ਅਗਰਵਾਲ ਜੀ ਉਦੋਂ ਉਹਨਾਂ ਦੇ ਰਿਪਰੈਜ਼ੈਂਟੇਟਿਵ ਜਿਹੜੇ ਉਹਨਾਂ ਦੇ ਨੇਤਾ ਹੁੰਦੇ ਸੀਗੇ। ਪ੍ਰੋਪਰ ਇੱਕ ਡੈਮੋਕ੍ਰੈਟਿਕ ਤਰੀਕੇ ਨਾਲ ਹਾਊਸ ਚੱਲਦਾ ਸੀਗਾ, ਏਜੰਡਾ ਵਾਈਜ਼ ਏਜੰਡਾ ਗੱਲਬਾਤ ਹੁੰਦੀ ਸੀਗੀ। ਸਭ ਤੋਂ ਪਹਿਲੇ ਮੇਅਰ ਸਾਹਿਬ ਗੱਲ ਕਰਦੇ ਸੀ, ਕਮਿਸ਼ਨਰ ਸਾਹਿਬ ਗੱਲ ਕਰਦੇ ਸੀ। ਉਸ ਤੋਂ ਪਹਿਲੇ ਸਭ ਤੋਂ ਵੱਡਾ ਚਾਂਸ ਜਿਹੜਾ ਹੈ ਉਹ ਨੇਤਾ ਵਿਪਕਸ਼ ਨੂੰ ਦਿੱਤਾ ਜਾਂਦਾ ਸੀਗਾ, ਉਹ ਆਪਣੀ ਗੱਲ ਰੱਖਦੇ ਸੀਗੇ। ਉਸ ਤੋਂ ਬਾਅਦ ਫਿਰ ਸੀਨੀਅਰ ਕੌਂਸਲ, ਫਿਰ ਉਹਨਾਂ ਦੀ ਵਾਰੀ ਆਉਂਦੀ ਸੀ। ਮਤਲਬ ਕਹਿਣ ਦਾ ਮਤਲਬ ਇਹ ਹੈਗਾ ਕਿ ਹਾਊਸ ਲਗਾਤਾਰ 8 ਘੰਟੇ 9 ਘੰਟੇ ਤੱਕ ਚੱਲਦਾ ਸੀਗਾ ਔਰ ਕੌਂਸਲ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਆਈਟਮ ਵਾਈਜ਼ ਸੁਣੀਆਂ ਜਾਂਦੀਆਂ ਸੀਗੀਆਂ। ਈਵਨ ਇੱਥੋਂ ਤੱਕ ਵੀ ਚੱਲਦਾ ਸੀਗਾ ਕਿ ਜਿਹੜੀਆਂ ਚੀਜ਼ਾਂ ਉਸ ਵੇਲੇ ਸਪਲੀਮੈਂਟਰੀ ਆਉਂਦੀਆਂ ਸੀਗੀਆਂ, ਅਗਰ ਕਿਸੇ ਨੇ ਕੋਈ ਜਿਹਨੂੰ ਇਹ 0R ਕਹਿੰਦੇ ਆ, 0R ਦੇ ਵਿੱਚ ਕਿਸੇ ਨੇ ਆਪਣੀ ਆਊਟ ਆਫ ਦਾ ਬਾਕਸ, ਆਊਟ ਆਫ ਦਾ ਏਜੰਡਾ ਵੀ ਗੱਲ ਕਰਨੀ ਆ, ਉਹਦਾ ਵੀ ਉਹਦਾ ਮੌਕਾ ਦਿੱਤਾ ਜਾਂਦਾ ਸੀਗਾ। ਔਰ ਉਸ ਦਾ ਨਤੀਜਾ ਇਹ ਨਿਕਲਿਆ ਕਿ ਸ਼ਹਿਰ ਦੀ ਉਸ ਵੇਲੇ ਉਸ ਟੈਨਿਓਰ ਦੇ ਵਿੱਚ 2007 ਤੋਂ ਲੈ ਕੇ 2012 ਤੱਕ ਜਿੰਨੀ ਉਸ ਵੇਲੇ ਡਿਵੈਲਪਮੈਂਟ ਹੋਈ ਉਹ ਇੱਕ ਰਿਕਾਰਡ ਡਿਵੈਲਪਮੈਂਟ ਹੋਈ ਔਰ ਉਸ ਰਿਕਾਰਡ ਡਿਵੈਲਪਮੈਂਟ ਦਾ ਹੀ ਇਹ ਫਾਇਦਾ ਹੋਇਆ ਕਿ ਦੁਬਾਰਾ ਸਾਡੀ ਸਰਕਾਰ ਰਿਪੀਟ ਹੋਈ, ਸਾਡੀ ਕਾਰਪੋਰੇਸ਼ਨ ਰਿਪੀਟ ਹੋਈ ਔਰ ਫਿਰ ਬਖਸ਼ੀ ਰਾਮ ਜੀ ਦੁਬਾਰਾ ਉੱਥੇ ਬੀਜੇਪੀ ਵੱਲੋਂ ਮੇਅਰ ਬਣ ਕੇ ਆਏ। ਔਰ ਇਹ ਸਾਡਾ ਇਤਿਹਾਸ ਰਿਹਾ ਹੈ ਕਿ ਅਸੀਂ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਚਲਾਉਂਦੇ ਆ ਆਪਣਾ ਸਿਸਟਮ। ਪਰ ਜੋ ਅੱਜ ਕੱਲ੍ਹ ਦਾ ਸਿਸਟਮ ਮੈਨੂੰ ਜੋ ਦੇਖਣ ਨੂੰ ਮਿਲਦਾ, ਅਖਬਾਰਾਂ 'ਚ ਪੜ੍ਹਦੇ ਹਾਂ ਜਾਂ ਜੋ ਸੰਧਿਆ ਜੀ ਕੋਲੋਂ ਸੁਣਨ ਨੂੰ ਮਿਲਦਾ ਹੈ ਜਾਂ ਜੋ ਪ੍ਰੈਸ ਕੋਲੋਂ ਗੱਲਾਂ ਆਉਂਦੀਆਂ ਨੇ ਕਿ ਉਹ ਬੜਾ ਇੱਕ ਅਨਡੈਮੋਕ੍ਰੈਟਿਕ ਤਰੀਕੇ ਦੇ ਨਾਲ, ਇੱਕ ਪਲਾਨ ਤਰੀਕੇ ਦੇ ਨਾਲ ਜਿਹੜੀ ਹੈ ਉਹ ਸਿਸਟਮ ਚਲਾਇਆ ਜਾ ਰਿਹਾ ਹੈ। ਉਹਦੇ ਵਿੱਚ ਜਿਹੜੇ ਵਿਪਕਸ਼ ਦੇ ਜਿਹੜੇ ਕੌਂਸਲਰ ਨੇ, ਰਿਪਰੈਜ਼ੈਂਟੇਟਿਵ ਨੇ, ਦੇਖੋ ਜੀ ਸਹਿਲ ਸਾਰਿਆਂ ਦਾ ਸਾਂਝਾ ਹੈ, ਡਿਵੈਲਪਮੈਂਟ ਸਾਰਿਆਂ ਦੀ ਸਾਂਝੀ ਹੈ, ਗੁਰੂ ਦੀ ਨਗਰੀ ਹੈ। ਸਾਡੇ ਸਾਰੇ ਕੌਂਸਲਰ ਦਾ ਇਹੀ ਉਦੇਸ਼ ਹੈ ਮਿਲ ਜੁਲ ਕੇ ਅਸੀਂ ਇਸ ਸ਼ਹਿਰ ਦੀ ਜਿਹਨੂੰ ਅਪਲਿਫਟਮੈਂਟ ਕਰੀਏ, ਇਸ ਸ਼ਹਿਰ ਦੀ ਤਰੱਕੀ ਕਰੀਏ। ਮੇਅਰ ਸਾਹਿਬ ਦਾ ਵੀ ਇਹੀ ਏਜੰਡਾ ਹੋਣਾ ਚਾਹੀਦਾ ਕਿਉਂਕਿ ਮੇਅਰ ਸਾਹਿਬ ਨੂੰ ਬਣਾਇਆ ਹੀ ਇਸ ਵਾਸਤੇ ਗਿਆ ਔਰ ਸਾਡੇ ਜਿਹੜੇ ਨਿਵਾਸੀ ਨੇ ਉਹਨਾਂ ਦੀ ਵੀ ਇਹੀ ਇੱਛਾ ਹੈ ਕਿ ਸਾਡਾ ਸ਼ਹਿਰ ਜਿਹੜਾ ਫਸਟ ਹੈ, ਅੰਮ੍ਰਿਤਸਰ ਫਸਟ ਹੋਣਾ ਚਾਹੀਦਾ ਹੈ। ਵੀ ਆਲ ਸ਼ੁੱਡ ਲਵ ਅੰਮ੍ਰਿਤਸਰ, ਅੰਮ੍ਰਿਤਸਰ ਸਾਡਾ ਏਜੰਡਾ ਤੇ ਹੋਣਾ ਚਾਹੀਦਾ ਹੈ ਔਰ ਮਿਲ ਜੁਲ ਕੇ ਅਗਰ ਸਾਰੇ ਲੋਕ ਅਸੀਂ ਕੰਮ ਕਰੀਏ ਤੇ ਡੈਫੀਨੇਟਲੀ ਅਸੀਂ ਸ਼ਹਿਰ ਨੂੰ ਅੱਗੇ ਲੈ ਜਾਵਾਂਗੇ। ਸਿੱਕਾ ਸਾਹਿਬ ਆਪਾਂ ਗੱਲ ਕਰੀਏ ਹਾਊਸ ਦੀ, ਤੁਸੀਂ ਦੱਸਿਆ ਕਿ ਹਾਊਸ ਪਕਸ਼ ਤੇ ਵਿਪਕਸ਼ ਦੋਨਾਂ ਨੂੰ ਬੜੇ ਆਰਾਮ ਨਾਲ ਸੁਣਿਆ ਜਾਂਦਾ ਸੀਗਾ। ਲਾਸਟ ਮੀਟਿੰਗ ਦੀ ਗੱਲ ਕਰੀਏ ਹਾਊਸ ਦੀ ਤੇ ਮੇਅਰ ਸਾਹਿਬ ਵੱਲੋਂ ਯੂਨਸ ਕੁਮਾਰ ਜੀ ਨਾਲ ਥੋੜੀ ਤੂਤੂ ਮੈਂ ਤੋਂ ਬਾਅਦ ਸਿਰਫ 3 ਮਿੰਟਾਂ ਦੇ ਵਿੱਚ ਮੀਟਿੰਗ ਨੂੰ ਬਰਖਾਸਤ ਕਰਨਾ ਔਰ ਮਤੇ ਜਿਹੜੇ ਆ ਲਗਭਗ 3 ਦਰਜਨ ਦੇ ਕਰੀਬ 6 ਦਰਜਨ ਦੇ ਕਰੀਬ 72 ਦੇ ਕਰੀਬ ਮਤੇ ਸੀਗੇ, ਉਹਨਾਂ ਨੂੰ ਮਤੇ ਪਾਸ ਮੀਟਿੰਗ ਬਰਖਾਸਤ ਕਰਕੇ ਉੱਠ ਜਾਣਾ। ਇਸ ਸੰਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਇਹਦੀ ਅਗਰ ਪੁਸ਼ਟ ਬੁਣੀ ਜਾਂਦੇ ਆ ਤੇ ਤੁਹਾਨੂੰ ਕਾਂਗਰਸ ਦੀ ਧੜੇਬੰਦੀ ਜਿਹੜੀ ਹੈ ਨਾ ਉਹ ਨਜ਼ਰ ਆਉਂਦੀ ਹੋਏਗੀ। ਕਾਂਗਰਸ ਦਾ ਏਜੰਡਾ ਜਿਹੜਾ ਹੈ ਔਰ ਜਿਹੜੀ ਸ਼ਹਿਰ ਦੀ ਮੌਜੂਦਾ ਜਿਹੜੀ ਇਸ ਵੇਲੇ ਕਾਰਪੋਰੇਸ਼ਨ ਔਰ ਮੇਅਰ ਸਾਹਿਬ ਹੈ ਔਰ ਜਿਹੜੇ ਡਿਪਟੀ ਮੇਅਰ ਔਰ ਸੀਨੀਅਰ ਡਿਪਟੀ ਮੇਅਰ ਔਰ ਬਾਕੀ ਕੌਂਸਲਰ ਨੇ, ਉਹਨਾਂ ਦਾ ਜਿਹੜਾ ਏਜੰਡਾ ਹੈ, ਉਹਨਾਂ ਦਾ ਮੋਟਿਵ ਹੈ ਨਾ ਇਸ ਵੇਲੇ ਉਹ ਆਪਣੀ ਡਿਵੈਲਪਮੈਂਟ ਕਰਨਾ ਹੈ, ਸ਼ਹਿਰ ਦੀ ਡਿਵੈਲਪਮੈਂਟ ਕਰਨੀ ਹੈ।
ਉਹ ਧੜੇਬੰਦੀ ਦੇ ਵਿੱਚ ਇਸ ਤਰ੍ਹਾਂ ਦੀ ਚੀਜ਼ਾਂ ਹੁੰਦੀਆਂ ਨੇ, ਕਿਉਂਕਿ ਹਰ ਬੰਦਾ ਚਾਹੁੰਦਾ ਕਿ ਫੋਕਸ ਮੇਰੇ ਤੇ ਆਵੇ, ਮੈਂ ਜਰਾ ਕੁਝ ਇਹੋ ਜਿਹਾ ਕੰਮ ਕਰਕੇ ਦਿਖਾਵਾਂ ਕਿ ਜਿਹਦੇ ਨਾਲ ਮੈਂ ਸਿਸਟਮ ਨੂੰ ਜ਼ਿਆਦਾ ਚਲਾ ਸਕਾਂ। ਤੇ ਇਹਨਾਂ ਦੀ ਇੱਕ ਜਿਹੜੀ ਹੈ ਨਾ ਦੌੜ ਮਚੀ ਹੋਈ ਹੈ ਕਿ ਪਹਿਲੇ ਕਿਹੜਾ ਆਉਂਦਾ ਹੈ, ਮੇਅਰ ਸਾਹਿਬ ਪਹਿਲੇ ਆਉਂਦੇ ਕਿ ਡਿਪਟੀ ਮੇਅਰ ਸਾਹਿਬ ਆਉਂਦੇ ਕਿ ਸੀਨੀਅਰ ਡਿਪਟੀ ਮੇਅਰ ਸਾਹਿਬ ਆਉਂਦੇ। ਇਹਨਾਂ ਦੀ ਆਪਸੀ ਧੜੇਬੰਦੀ ਕਰਕੇ ਹੀ ਇਹ ਮੀਟਿੰਗ ਦਾ ਇਹ ਜਿਹੜਾ ਰਿਜ਼ਲਟ ਨਿਕਲਿਆ ਕਿ 3 ਮਿੰਟਾਂ 'ਚ ਉਹਨਾਂ ਨੇ ਖਤਮ ਕਰ ਦਿੱਤੀ। ਇਸ ਤਰ੍ਹਾਂ ਕਦੀ ਨਹੀਂ ਹੁੰਦਾ, ਡੈਮੋਕ੍ਰੈਟਿਕ ਸਿਸਟਮ 'ਚ ਇਹ ਅਲਾਉਡ ਹੀ ਨਹੀਂ ਹੈ ਔਰ ਇਸ ਤਰ੍ਹਾਂ ਕਦੀ ਹੋਣਾ ਨਹੀਂ ਚਾਹੀਦਾ। ਮੈਂ ਭਾਵੇਂ ਤੁਹਾਡੇ ਵਿਪਕਸ਼ ਕਿਉਂ ਨਹੀਂ ਹੈ, ਭਾਵੇਂ ਤੁਹਾਡੇ ਵਿਰੋਧੀ ਪਾਰਟੀ 'ਚ ਕਿਉਂ ਨਹੀਂ ਹੈ ਜਾਂ ਪਾਰਟੀ ਤੋਂ ਬਾਹਰ ਕਿਉਂ ਨਹੀਂ ਹੈ, ਸਾਡਾ ਫਰਜ਼ ਬਣਦਾ ਹੈ ਉਹਨਾਂ ਦੀ ਗੱਲ ਸੁਣਨਾ, ਕਿਉਂਕਿ ਹਾਊਸ ਦਾ ਮਤਲਬ ਹੀ ਹੈ ਤੇ ਲੱਖਾਂ ਕਰੋੜਾਂ ਰੁਪਏ ਖਰਚ ਕੇ, ਜਨਤਾ ਦੇ ਟੈਕਸ ਦੇ ਪੈਸੇ ਖਰਚ ਕੇ ਅਸੀਂ ਉੱਥੇ ਸਾਰਾ ਸਿਸਟਮ ਬਣਾਇਆ। ਔਰ ਈਵਨ ਕੌਂਸਲ ਨੂੰ ਵੀ ਜਿਹੜੀ ਪੇ ਮਿਲਦੀ ਹੈ, ਜਿਹੜੇ ਅਧਿਕਾਰੀਆਂ ਨੂੰ ਵੀ ਤਨਖਾਹ ਮਿਲਦੀ ਹੈ, ਇਸੇ ਵਾਸਤੇ ਹੈ ਕਿ ਅਸੀਂ ਕੌਂਸਲ ਲੋਕ ਜਨਤਾ ਦੇ ਪ੍ਰਤੀ ਜਵਾਬਦੇਹ ਹਾਂ। ਹੁਣ ਜਵਾਬਦੇਹ ਹੈ, ਜਦੋਂ ਜਿਹੜਾ ਬੰਦਾ ਜਵਾਬਦੇਹ ਹੈ ਉਹਨੇ ਆਪਣਾ ਹਾਊਸ 'ਚ ਗੱਲ ਤਾਂ ਰੱਖਣੀ ਹੈ ਨਾ, ਅਦਰਵਾਈਜ਼ ਤਾਂ ਤੁਸੀਂ ਗੱਲ ਸੁਣਦੇ ਨਹੀਂ। ਤੇ ਤੁਸੀਂ ਜਦੋਂ ਹਾਊਸ ਆਉਂਦੇ ਹੋ ਉਦੋਂ ਤੁਸੀਂ 3 ਮਿੰਟਾਂ ਦੀ ਮੀਟਿੰਗ ਜਿਹੜੀ ਹੈ ਖਤਮ ਕਰ ਦਿੰਦੇ ਹੋ। ਇਹ ਬਹੁਤ ਹੀ ਅਨਡੈਮੋਕ੍ਰੈਟਿਕ ਤਰੀਕਾ, ਇਹ ਕਦੀ ਵੀ ਐਸਾ ਨਹੀਂ ਹੋਇਆ। ਕਿਉਂਕਿ ਮੈਂ ਤੁਹਾਨੂੰ ਜਿਸ ਤਰ੍ਹਾਂ ਪਹਿਲੇ ਗੱਲ ਕੀਤੀ ਕਿ ਇਤਿਹਾਸ ਦੇ ਵਿੱਚ ਜਦੋਂ ਮੈਂ ਕੌਂਸਲ ਹੁੰਦਾ ਸੀਗਾ ਉਸ ਵੇਲੇ ਬੜਾ ਡੈਮੋਕ੍ਰੈਟਿਕ ਸਿਸਟਮ ਨਾਲ ਚੱਲਦਾ ਸੀਗਾ ਕਿ ਕੌਂਸਲ ਦੀ ਗੱਲ ਸੁਣੀ ਜਾਂਦੀ ਸੀ, ਭਾਵੇਂ ਬਹੁਤ ਸ਼ੋਰ ਵੀ ਮਚਾਉਂਦੇ ਸੀ, ਕਈ ਵਾਰੀ ਇਸ ਤਰ੍ਹਾਂ ਦੇ ਸੀਨ ਵੀ ਕ੍ਰੀਏਟ ਹੋਏ, ਬਟ ਕਦੀ ਵੀ ਐਸਾ ਨਹੀਂ ਹੋਇਆ ਕਿ 3 ਮਿੰਟਾਂ ਦੇ ਵਿੱਚ ਜਿਹੜਾ ਹਾਊਸ ਖਤਮ ਕਰ ਦਿੱਤਾ ਜਾਏ। ਇਹਦੇ ਪਿੱਛੇ ਜਿਹੜੀ ਪਲੈਨਿੰਗ ਹੈ ਉਹ ਇਹੀ ਹੈ ਕਿ ਉਹ ਹਾਊਸ ਨੂੰ ਫੇਸ ਨਹੀਂ ਕਰਨਾ ਚਾਹੁੰਦੇ, ਉਹ ਜਨਤਾ ਦੀਆਂ ਗੱਲਾਂ ਨੂੰ ਫੇਸ ਨਹੀਂ ਕਰਨਾ ਚਾਹੁੰਦੇ। ਜਦੋਂ ਉਹਨਾਂ ਕੋਲ ਜਵਾਬ ਨਹੀਂ ਹੈ ਤੇ ਉਸ ਵੇਲੇ ਜਿਹੜੀ ਹੈ ਉਹ ਮੀਟਿੰਗ ਨੂੰ ਫਟਾਫਟ ਖਤਮ ਕਰਕੇ ਆਪਣਾ ਜਿਹੜਾ ਏਜੰਡਾ ਪਾਸ ਕਰ ਦਿੱਤਾ, ਜਿਹੜਾ ਕਿ ਬਹੁਤ ਗਲਤ ਹੈ। ਸਿੱਖਾ ਸਾਹਿਬ, ਆਪਾਂ ਧੜੇਬੰਦੀ ਦੀ ਗੱਲ ਕਰੀਏ, ਧੜੇਬੰਦੀ ਪਹਿਲੇ ਦਿਨ ਤੋਂ ਹੀ ਜਿਹੜੀ ਹੈ ਉਹ ਨਜ਼ਰ ਆ ਰਹੀ ਸੀਗੀ, ਕਿਉਂਕਿ 5 ਹਲਕਿਆਂ ਦੀ ਗੱਲ ਕਰੀਏ ਤੇ ਇੱਕ ਹਲਕਾ ਐਸਾ ਸੀਗਾ ਜਿਸ ਨੇ ਪਾਰਟਿਸਿਪੇਟ ਵੀ ਨਹੀਂ ਕੀਤਾ ਤੇ ਕਾਫੀ ਹਫ਼ਤਿਆਂ ਬਾਅਦੋਂ ਜਾਂ ਮਹੀਨੇ ਬਾਅਦੋਂ ਦੇਖੀ ਆਪਾਂ ਤੇ ਉਹ ਜਿਹੜੀ ਕੌਂਸਲਰ ਦੀ ਸਹੁੰ ਵੀ ਜਿਹੜੀ ਹੈ ਨਗਰ ਨਿਗਮ ਅੰਮ੍ਰਿਤਸਰ ਨਹੀਂ ਜਲੰਧਰ ਜਿਹੜੀ ਆ ਉਹ ਉਠਾ ਕੇ ਆਏ ਸੀਗੇ, ਪੂਰਬੀ ਹਲਕੇ ਦੇ ਕੌਂਸਲਰ ਜਿਹੜੇ ਆ। ਉਸ ਤੋਂ ਬਾਅਦ ਦੇਖਿਆ ਜਾਵੇ ਤੇ ਸੈਂਟਰਲ ਦੀਆਂ ਜਾਂ ਪੂਰਬੀ ਦੀਆਂ ਜਿਹੜੀਆਂ ਉਹ ਮੀਟਿੰਗਾਂ ਕੌਂਸਲਰਾਂ ਦੀਆਂ ਅਲੱਗ-ਅਲੱਗ ਹੁੰਦੀਆਂ ਰਹਿੰਦੀਆਂ। ਕਿਆ ਮੇਅਰ ਜਿਹੜਾ ਹੈ ਉਹ ਸਾਰੇ ਕੌਂਸਲਰਾਂ ਨੂੰ ਲੈ ਕੇ ਨਾਕਾਮਯਾਬ ਰਿਹਾ? ਜੇ ਨਾਕਾਮਯਾਬ ਰਿਹਾ ਤੇ ਇਹਦੇ ਵਿੱਚ ਸ਼ਹਿਰ ਵਾਸੀਆਂ ਨੂੰ ਵਿਕਾਸ ਕੰਮਾਂ ਨੂੰ ਲੈ ਕੇ ਕੋਈ ਨੁਕਸਾਨ ਜਿਹੜਾ ਨਜ਼ਰ ਆਉਂਦਾ ਹੈ, ਇਸ ਬਾਰੇ ਕੀ ਕਹਿਣਾ ਚਾਹੋਗੇ ਜੀ? ਦੇਖੋ ਜੀ, ਮੇਅਰ ਜਿਹੜਾ ਹੈ ਉਹ ਫਾਦਰ ਆਫ ਦਾ ਸਿਟੀ ਹੁੰਦਾ ਤੇ ਫਾਦਰ ਆਫ ਦਾ ਸਿਟੀ ਦਾ ਮਤਲਬ ਇਹ ਹੀ ਹੁੰਦਾ ਕਿ ਜਿੰਨੇ ਵੀ ਉਹਦੇ ਬੱਚੇ ਹੈ, ਜਿੰਨੇ ਵੀ ਉਹਦੇ ਸਾਥੀ ਹੈ, ਅਸੀਂ ਉਹਨਾਂ ਦੇ ਸਾਥੀ ਹਾਂ ਔਰ ਕਾਰਪੋਰੇਸ਼ਨ 'ਚ ਜਿਹੜੇ ਕੰਮ ਕਰ ਰਹੇ ਆ ਉਹ ਵੀ ਉਹਨਾਂ ਦੇ ਸਾਥੀ ਹੈ, ਸਾਰਿਆਂ ਨੂੰ ਨਾਲ ਲੈ ਕੇ ਚੱਲਣਾ। ਸੇ ਇੱਥੇ ਧੜੇਬੰਦੀ ਕਰਕੇ ਉਹ ਲੀਡਰ ਮੇਰੇ ਨਾਲ ਚੱਲਦਾ ਤੇ ਉਹਦੀ ਮੈਂ ਗੱਲ ਪਹਿਲੇ ਸੁਣਾਂਗਾ, ਉਹ ਲੀਡਰ ਦੀ ਮੈਨੂੰ ਜਿਹੜੀ ਜ਼ਬਾਨ ਠੀਕ ਨਹੀਂ ਲੱਗਦੀ, ਉਹਦੇ ਮੁੱਦੇ ਠੀਕ ਨਹੀਂ ਹੈ ਤਾਂ ਉਹਨੂੰ ਮੈਂ ਇਗਨੋਰ ਕਰਾਂਗਾ, ਵਿਪਕਸ਼ ਨੂੰ ਇਗਨੋਰ ਕਰਾਂਗਾ। ਤੇ ਪੋਲੀਟੀਕਲ ਤਰੀਕੇ ਦੇ ਨਾਲ ਜਿਹੜੀ ਹੈ ਕਾਰਪੋਰੇਸ਼ਨ ਚਲਾਈ ਜਾ ਰਹੀ ਹੈ, ਇਹਦਾ ਸ਼ਹਿਰ ਨੂੰ ਬਹੁਤ ਨੁਕਸਾਨ ਹੋ ਰਿਹਾ। ਜੋ ਪਿਛਲੇ 10 ਸਾਲਾਂ 'ਚ ਜੋ ਸਾਡੀ ਸਰਕਾਰ ਸੀਗੀ ਬੀਜੇਪੀ ਅਕਾਲੀ ਦਲ ਦੀ, ਉਹ ਤੁਸੀਂ ਦੇਖੋ ਉਹਦੇ ਜਿੰਨੇ ਵੀ ਕੰਮ ਹੋਏ ਅਸੀਂ ਤਾਂ ਇਹ ਟੈਨਿਓਰ ਦੇ ਵਿੱਚੋਂ ਕੰਮਾਂ ਨੂੰ ਮੇਨਟੇਨ ਵੀ ਨਹੀਂ ਕਰ ਪਾਏ। ਨਵੇਂ ਤਾਂ ਕੰਮ ਦੀ ਤੁਸੀਂ ਗੱਲ ਹੀ ਛੱਡੋ, ਪਿਛਲੀਆਂ ਚੀਜ਼ਾਂ ਨੂੰ ਅਸੀਂ ਮੇਨਟੇਨ ਵੀ ਨਹੀਂ ਕਰ ਪਾਏ। ਜਿਵੇਂ ਕਿ ਸ਼੍ਰੀ ਦਰਬਾਰ ਸਾਹਿਬ ਸਾਡਾ ਪਵਿੱਤਰ ਇੰਨਾ ਸਥਾਨ ਹੈ, ਦੁਨੀਆ ਭਰ ਤੋਂ ਸ਼ਰਧਾਲੂ ਉੱਥੇ ਆਉਂਦੇ ਨੇ, ਅਸੀਂ ਉੱਥੇ ਹੈਰੀਟੇਜ ਚੀਜ਼ ਦਾ ਜਿਹੜਾ ਨਿਰਮਾਣ ਕੀਤਾ ਜਾਂ ਸ਼ਹਿਰ ਵਿੱਚ ਹੋਰ ਜਿਹੜੀ ਇਤਿਹਾਸਿਕ ਇਮਾਰਤਾਂ ਸੀਗੀਆਂ, ਟਾਊਨ ਹਾਲ ਸੀਗਾ, ਉਹ ਜਿੰਨੀਆਂ ਵੀ ਇਮਾਰਤਾਂ ਬਣੀਆਂ ਅੱਜ ਉਹ ਦੇਖੋ ਉਹਨਾਂ ਦਾ ਕੀ ਹਾਲ ਹੈ, ਅੱਜ ਉਹ ਮੇਨਟੇਨ ਵੀ ਨਹੀਂ ਹੋ ਪਾ ਰਹੀਆਂ। ਕਾਰਨ ਇਹ ਹੀ ਹੈ ਕਿ ਏਜੰਡਾ ਵਿਕਾਸ ਨਹੀਂ ਹੈ, ਏਜੰਡਾ ਪੋਲਿਟਿਕਸ ਹੈ, ਏਜੰਡਾ ਆਪਣੇ ਆਪ ਨੂੰ ਹਾਈਲਾਈਟ ਕਰਨਾ ਹੈ, ਏਜੰਡਾ ਆਪਣਾ ਨਿੱਜੀ ਸੰਪत्ति ਇਕੱਠੀ ਕਰਨਾ ਹੈ। ਇਹ ਸਭ ਨੂੰ ਪਤਾ ਹੈ ਕਿ ਜਿਹੜੀਆਂ ਕਮੇਟੀਆਂ ਨੇ ਬਣਾਈਆਂ ਕਾਰਪੋਰੇਸ਼ਨ ਦੇ ਵਿੱਚ, ਉਹਨਾਂ ਦੇ ਜਿਹੜੇ ਚੇਅਰਮੈਨ ਜਾਂ ਜਿਹੜੇ ਉਹਨਾਂ ਦੇ ਪ੍ਰਧਾਨ ਬਣਾਏ, ਉਹ ਕਿਸ ਤਰ੍ਹਾਂ ਕਾਰਪੋਰੇਸ਼ਨ ਦੇ EMPLOYEES ਨੂੰ, ਆਫੀਸਰ ਨੂੰ ਬਲੈਕਮੇਲ ਕਰਕੇ ਉਹਨਾਂ ਕੋਲੋਂ ਮੋਟਾ ਪੈਸਾ ਜਿਹੜਾ ਹੈ, ਉਹਨਾਂ ਦੀ ਇੱਛਾ ਰਹਿੰਦੀ ਹੈ ਕਿ ਉਹ ਇਹਨਾਂ ਦੇ ਜਿਹੜੇ ਕਮਾਊ ਪੁੱਤ ਬਣ ਜਾਣ ਤੇ ਉਹ ਪੈਸੇ ਲੈ ਕੇ ਆਣ ਔਰ ਇਹਨਾਂ ਨੂੰ ਦੇਣ। ਉਹ ਜਿਹੜੀ ਨਿੱਜੀ ਪੈਸਾ ਇਕੱਠਾ ਕਰਨ ਦੀ ਜਿਹੜੀ ਇਹਨਾਂ ਦੀ ਚਾਹਤ ਹੈ, ਉਸੇ ਵਾਸਤੇ ਜਿਹੜੇ ਕਾਰਪੋਰੇਸ਼ਨ ਕੋਲ ਫੰਡ ਨਹੀਂ ਹੈ, ਉਹਨਾਂ ਕੋਲ ਸੋਰਸਿਸ ਨਹੀਂ ਹੈ, ਕਿਉਂਕਿ ਸਾਰਾ ਪੈਸਾ ਨਿੱਜੀ ਜੇਬਾਂ 'ਚ ਜਾ ਰਿਹਾ। ਡਿਪਾਰਟਮੈਂਟ ਤੁਹਾਨੂੰ ਸੰਜੇ ਜੀ ਨੇ ਹੁਣੇ ਸਾਰੇ ਦੱਸੇ, ਭਾਵੇਂ MTB ਡਿਪਾਰਟਮੈਂਟ ਹੈ, ਭਾਵੇਂ ਹਾਊਸ ਟੈਕਸ ਹੈ, ਭਾਵੇਂ ਸੈਨੀਟੇਸ਼ਨ ਡਿਪਾਰਟਮੈਂਟ ਹੈ, ਤਹਿਬਜ਼ਾਰੀ ਡਿਪਾਰਟਮੈਂਟ ਹੈ, ਔਰ ਉਹਦੇ ਜਿਹੜੇ ਆਫੀਸਰ ਸਾਹਿਬਾਨ ਨੇ ਉਹ ਵੀ ਸਾਨੂੰ ਕਈ ਵਾਰੀ ਨਿੱਜੀ ਆਪਣਾ ਗੱਲਬਾਤ ਦੱਸਦੇ ਨੇ ਕਿ ਉਹ ਬਹੁਤ ਪ੍ਰੈਸ਼ਰ 'ਚ ਨੇ। ਉਹਦਾ ਨਤੀਜਾ ਵੀ ਤੁਸੀਂ ਦੇਖੋ ਕਿ ਇੱਕ MTB ਨੂੰ ਪਿੱਛੇ ਸਸਪੈਂਡ ਕੀਤਾ ਗਿਆ, ਉਹ ਸਿਰਫ ਜਸਟ ਟਿਪ ਆਫ ਦਾ ਆਈਸਬਰਗ, ਉਹਦੇ ਥੱਲੇ ਤੁਸੀਂ ਤਹਿਕੀਕਾਤ ਕਰੋਗੇ ਤੇ 3.5 ਸਾਲਾਂ 'ਚ ਇੰਨਾ ਪੈਸਾ ਇਕੱਠਾ ਕੀਤਾ ਗਿਆ ਔਰ ਅੱਜ ਵੀ ਇਕੱਠਾ ਹੋ ਰਿਹਾ। ਇਹ ਸ਼ੋਅ ਕਰਦਾ ਕਿ ਜਿਹੜੇ ਉਹ ਕੌਂਸਲ ਚੁਣ ਕੇ ਆਏ ਨੇ ਕਾਂਗਰਸ ਪਾਰਟੀ ਦੇ, ਉਹ ਨਿੱਜੀ ਸੰਪत्ति ਇਕੱਠੀ ਕਰ ਰਹੇ ਨੇ। ਮੈਂ ਚਾਹੁੰਦਾ ਵਾਂ ਕਿ ਕਿਸੇ ਕੇਂਦਰੀ ਜਾਂਚ ਏਜੰਸੀ ਤੋਂ ਇਹਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਸ਼ਹਿਰ ਦੇ ਵਿੱਚ ਜਿਹੜੀ ਤਿੰਨਾਂ ਨੇ ਗੱਲ ਕੀਤੀ ਵੜਾਇ ਸਾਹਿਬ ਨੇ ਕਿ ਡਿਵੈਲਪਮੈਂਟ ਕਿਉਂ ਨਹੀਂ ਹੋ ਪਾ ਰਹੀ, ਉਹਦਾ ਕਾਰਨ ਹੀ ਇਹ ਹੈ ਕਿ ਉਹ ਨਿੱਜੀ ਪੈਸਾ ਇਕੱਠਾ ਕਰ ਰਹੇ ਹੈ, ਜਿਸ ਕਰਕੇ ਸ਼ਹਿਰ ਦੀ ਜਿਹੜੀ ਹੈ ਡਿਵੈਲਪਮੈਂਟ ਨਹੀਂ ਹੋ ਪਾ ਰਹੀ ਔਰ ਡੈਮੋਕ੍ਰੈਟਿਕ ਸਿਸਟਮ ਜਿਹੜਾ ਹੈ ਉਹ ਨਹੀਂ ਚੱਲ ਰਿਹਾ। ਸਿੱਕਾ ਸਾਹਿਬ, ਗੱਲ ਕਰੀਏ ਅਸੀਂ ਵਾਰਡਾਂ ਦੇ ਵਿਕਾਸ ਕੰਮਾਂ ਦੇ ਮਤਭੇਦ ਦੀ, ਕਈ ਵਾਰੀ ਦੇਖਿਆ ਜਾ ਰਿਹਾ ਕਿ ਜਿਹੜੇ ਕਈ ਕਲੋਜ਼ ਪਰਸਨ ਹੈ ਉਹਨਾਂ ਦੀ ਵਾਰਡ ਦਾ ਕੰਮ ਪਹਿਲ ਦੇ ਤੌਰ ਤੇ ਹੋਇਆ। LED ਲਾਈਟਸ ਨੂੰ ਲੈ ਲਈਏ ਤੇ ਬਹੁਤ ਸਾਰੀਆਂ ਵਾਰਡਾਂ ਐਸੇ ਆ ਜਿਨ੍ਹਾਂ ਨੂੰ ਅਣਦੇਖਾ ਕੀਤਾ ਗਿਆ। ਅਜੇ ਵੀ ਕਾਫੀ ਵਾਰਡਾਂ ਐਸੀਆਂ ਜਿਨ੍ਹਾਂ 'ਚ LED ਦੀ ਸ਼ੁਰੂਆਤ ਹੀ ਨਹੀਂ ਹੋਈ, ਜੇ ਹੋਈ ਹੈ ਤਾਂ ਬਹੁਤ ਘੱਟ ਮਾਤਰਾ 'ਚ
ਤੁਹਾਡੀ ਆਪਣੀ ਵਾਰਡ ਨੂੰ ਲੈ ਕੇ ਦੇਖਿਆ ਜਾਵੇ ਤੇ ਕੈਸੀ ਪੋਜੀਸ਼ਨ ਰਹੀ ਜੀ? ਦੇਖੋ ਜੀ, ਐਲਈਡੀ ਤੇ ਤੁਸੀਂ ਗੱਲ ਕੀਤੀ, ਐਲਈਡੀ ਦਾ ਇਹ ਹਾਲ ਹੈਗਾ ਹੈ ਕਿ ਸ਼ਹਿਰ ਦੇ ਵਿੱਚ, ਮੈਂ ਜੇ ਆਪਣਾ ਵਾਰਡ ਨੰਬਰ 17 ਦੀ ਉਹ ਗੱਲ ਕਰਾਂ ਜਿੱਥੋਂ ਅੱਜ ਸੰਧਿਆ ਜੀ ਕੌਂਸਲਰ ਨੇ ਔਰ ਮੈਂ ਉੱਥੋਂ 2007 ਤੋਂ ਲੈ ਕੇ 2012 ਤੱਕ ਕੌਂਸਲਰ ਰਿਹਾ। ਅੱਜ ਤਕਰੀਬਨ 3.5 ਸਾਲ ਹੋ ਗਏ ਔਰ ਐਲਈਡੀ ਦਾ ਕੰਮ ਸ਼ੁਰੂ ਹੋਏ 1.5 ਸਾਲ ਹੋ ਗਿਆ। ਅੱਜ 1.5 ਸਾਲ ਤੋਂ ਬਾਅਦ ਸਾਡੀ ਵਾਰਡ ਦੇ ਵਿੱਚ, ਵਾਰਡ ਨੰਬਰ 17 ਦੇ ਵਿੱਚ ਸਿਰਫ 60 ਤੋਂ 65% ਐਲਈਡੀ ਦਾ ਕੰਮ ਹੋਇਆ ਹੈ। 40% ਕੰਮ ਜਿਹੜਾ ਉਹ ਬਕਾਇਆ ਹੈ ਔਰ ਰੈਗੂਲਰ ਫਾਲੋਅਪ ਕਰਨ ਤੋਂ ਬਾਅਦ, ਮੇਅਰ ਸਾਹਿਬ ਨੂੰ ਰਿਕੁਐਸਟ ਕਰਨ ਤੋਂ ਬਾਅਦ, ਆਫੀਸਰ ਸਾਹਿਬਾਨ ਨੂੰ ਚਿੱਠੀਆਂ ਪਾਉਣ ਤੋਂ ਬਾਅਦ ਸਾਰਾ ਰਿਕਾਰਡ ਸਾਡੇ ਕੋਲ ਹੈ। ਅੱਜ ਵੀ ਉਹ ਕੰਮ ਕਰਨ ਦੇ ਜਿਹੜੇ ਹੈ ਉਹ ਕਾਬਿਲ ਨਹੀਂ ਹੋ ਪਾਏ ਔਰ ਉਹਨਾਂ ਨੇ ਕੰਮ ਨਹੀਂ ਕਰ ਪਾਇਆ। ਇਹ ਦੇਖੋ, ਇਹ ਤੋਂ ਸ਼ੋਅ ਹੁੰਦਾ ਕਿ ਉਹਨਾਂ ਦੀ ਕੈਪੇਬਿਲਿਟੀ ਕਿੰਨੀ ਹੈ। ਜੇ ਵਿਪਕਸ਼ ਦੀ ਨੇਤਾ ਦੀ ਵਾਰਡ ਦੀ ਇਹ ਹਾਲ ਹੈ ਤੇ ਸ਼ਾਇਦ ਅਜੇ ਤੁਹਾਨੂੰ ਸਮਝ ਆਉਂਦੀ ਹੋਏਗੀ ਕੀ ਹਾਲ ਹੈ। ਸਿਰਫ ਐਲਈਡੀ ਦੀ ਗੱਲ ਨਹੀਂ ਹੈਗੀ, ਡੀਸਿਲਟਿੰਗ ਹੈ। ਮੈਂ ਕਹਿ ਕੇ ਥੱਕ ਗਿਆ ਕਿ ਡੀਸਿਲਟਿੰਗ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ, ਖਾਸ ਕਰ ਮੇਨ ਰੋਡ, ਕਿਉਂਕਿ ਡੀਸਿਲਟਿੰਗ ਦੇ ਕਰਕੇ ਹੀ ਗੰਦਾ ਪਾਣੀ ਆਉਂਦਾ ਹੈ ਔਰ ਲੋਕੀ ਜਿਹੜੇ ਸਫਰ ਨੇ। ਅਸੀਂ ਜਿੰਨੇ ਵੀ ਰਿਪਰੈਜ਼ੈਂਟੇਸ਼ਨ ਦਿੰਦੇ ਆ ਉੱਥੇ ਕੋਈ ਕਾਰਵਾਈ ਨਹੀਂ ਹੁੰਦੀ। ਜਿਹੜੇ ਡਿਵੈਲਪਮੈਂਟ ਦੇ ਏਜੰਡੇ ਦਿੰਦੇ ਆ, ਜਿਹੜੇ ਅਸੀਂ ਰਿਕੁਐਸਟ ਦਿੰਦੇ ਆ, ਉਹਨਾਂ ਨੂੰ ਨਕਾਰਿਆ ਜਾਂਦਾ ਹੈ, ਉਹਨਾਂ ਨੂੰ ਜਾਣਬੁੱਝ ਕੇ ਲੇਟ ਕੀਤਾ ਜਾਂਦਾ ਹੈ। ਵਿਪਕਸ਼ ਦੇ ਨਾਤੇ ਚਲੋ ਉਹ ਸਾਡੇ ਨਾਲ ਐਸਾ ਕਰ ਸਕਦੇ ਆ, ਪਰ ਮੈਂ ਦੇਖਿਆ ਧੜੇਬੰਦੀ ਦੇ ਵਿੱਚ ਉਹਨਾਂ ਦੇ ਜਿਹੜੇ ਆਪਣੇ ਜਿਹੜੇ ਲੋਕ ਨੇ, ਜਿਹੜਾ ਧੜਾ ਉਹਨਾਂ ਨੂੰ ਨਹੀਂ ਪਸੰਦ ਆ, ਇਵਨ ਉਹਨਾਂ ਦੇ ਵੀ ਕੰਮ ਨਹੀਂ ਹੋ ਰਹੇ। ਤੇ ਪੋਲੀਟੀਕਲ ਤਰੀਕੇ ਨਾਲ ਜਿਸ ਤਰ੍ਹਾਂ ਸ਼ਹਿਰ ਨੂੰ ਚਲਾਇਆ ਜਾ ਰਿਹਾ, ਸ਼ਹਿਰ ਦਾ ਬਹੁਤ ਸਾਰਾ ਨੁਕਸਾਨ ਹੋ ਰਿਹਾ। ਸਿੱਕਾ ਸਾਹਿਬ, ਤੁਸੀਂ ਪੰਜਾਬ ਭਾਜਪਾ ਦੇ ਨਾਲ ਵੀ ਜੁੜੇ ਹੋ, ਅੰਮ੍ਰਿਤਸਰ ਦੇ ਨਾਲ ਵੀ ਬੀਜੇਪੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੇ ਹੋ। ਅਗਰ ਆਪਾਂ ਵਿਧਾਨ ਸਭਾ ਚੋਣ ਮੈਨੀਫੈਸਟੋ ਕੈਪਟਨ ਸਰਕਾਰ ਦੀ ਗੱਲ ਕਰੀਏ ਤਾਂ ਹੁਣ ਤੱਕ ਉਹ ਕਿੰਨੇ ਕੁ ਲੋਕਾਂ ਦੀਆਂ ਉਮੀਦਾਂ ਦੇ ਜਿਹੜੇ ਖਰੇ ਉਤਰੇ ਨੇ, ਇਸ ਬਾਰੇ ਥੋੜੀ ਜਾਣਕਾਰੀ ਦਿਓ ਜੀ। ਕਾਂਗਰਸ ਸਰਕਾਰ ਮੇਨਲੀ 4 ਮੁੱਦਿਆਂ ਤੇ ਆਈ ਸੀਗੀ, ਕਿਉਂਕਿ ਮੈਨੂੰ ਯਾਦ ਹੈ ਕਿ ਸਾਡੇ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਹੁੰ ਖਾ ਕੇ ਇਹ ਗੱਲਾਂ ਉਹਨਾਂ ਨੇ ਕਹੀਆਂ ਸੀ ਸਟੇਜ ਦੇ ਉੱਪਰ ਕਿ ਅਸੀਂ ਆਵਾਂਗੇ, ਸਭ ਤੋਂ ਪਹਿਲੇ ਅਸੀਂ ਆਪਣੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇਵਾਂਗੇ, ਜਿਹੜਾ ਨਸ਼ਾ ਹੈ ਉਹਨੂੰ ਖਤਮ ਕਰਾਂਗੇ, ਕਿਸਾਨਾਂ ਦੇ ਜਿਹੜੇ ਕਰਜ਼ੇ ਹੈ, ਮਜ਼ਦੂਰਾਂ ਦੀ ਜਿਹੜੀਆਂ ਮੰਗਾਂ ਹੈ ਉਹਨਾਂ ਨੂੰ ਅਸੀਂ ਮੁੱਖ ਤੌਰ ਤੇ ਰੱਖ ਕੇ ਉਹਨਾਂ ਨੂੰ ਕਰਾਂਗੇ। ਪਰ ਅੱਜ ਉਹ ਭੁੱਲ ਗਏ ਨੇ। ਮੋਬਾਈਲ ਉਹਨਾਂ ਨੇ ਦੇਣੇ ਸੀਗੇ ਬੱਚਿਆਂ ਨੂੰ, ਵਾਅਦੇ ਕੀਤੇ ਸਟੂਡੈਂਟ ਨੂੰ ਮੋਬਾਈਲ ਦੇਵਾਂਗੇ, ਲੜਕੀਆਂ ਵਾਸਤੇ ਕਈ ਇਹਨਾਂ ਨੇ ਸਕੀਮਾਂ ਅਨਾਉਂਸ ਕੀਤੀਆਂ ਸੀ, ਕੁਝ ਵੀ ਇਹਨਾਂ ਨੇ ਨਹੀਂ ਕੀਤਾ। ਸੱਤਾ ਦੇ ਆਉਣ ਤੋਂ ਬਾਵਜੂਦ ਉਹ ਸੱਤਾ ਦਾ ਆਨੰਦ ਲੈ ਰਹੇ, ਭਾਵੇਂ ਉਹ ਸਟੇਟ ਗਵਰਨਮੈਂਟ ਹੈ, ਭਾਵੇਂ ਉਹ ਲੋਕਲ ਗਵਰਨਮੈਂਟ ਹੈ, ਸਭ ਆਨੰਦ ਲੈ ਰਹੇ ਹੈ। ਉਹ ਭੁੱਲ ਗਏ ਨੇ ਕਿ ਕਿਸ ਵਾਸਤੇ ਆਏ ਸੀਗੇ ਔਰ ਝੂਠ ਦਾ ਜਿਹੜਾ ਉਹਨਾਂ ਨੇ ਇੱਕ ਅਡੰਬਰ ਬੁਣਿਆ ਸੀਗਾ ਉਹ ਇੱਕ ਪਰਦਾਫਾਸ਼ ਹੋ ਗਿਆ। ਲੋਕੀ ਅੱਜ ਸਮਝ ਗਏ ਨੇ ਕਿ ਸਾਨੂੰ ਕਿਸ ਤਰ੍ਹਾਂ ਵਰਗਲਾ ਕੇ, ਸਾਨੂੰ ਬੇਵਕੂਫ ਬਣਾ ਕੇ ਸੱਤਾ ਹਾਸਿਲ ਕੀਤੀ ਗਈ ਸੀ। ਉਹ ਸੱਤਾ ਆਪਣੇ ਵਾਸਤੇ ਸੀਗੀ, ਨਾ ਕਿ ਪੰਜਾਬ ਦੀ ਜਨਤਾ ਵਾਸਤੇ। ਔਰ ਪੰਜਾਬ ਦੀ ਜਨਤਾ ਅੱਜ ਭੁਗਤ ਰਹੀ ਹੈ ਔਰ ਕੈਪਟਨ ਸਰਕਾਰ ਨੂੰ ਉਹ ਦਿਨ ਦੂਰ ਨਹੀਂ ਹੈ ਜਿਸ ਵੇਲੇ ਪੰਜਾਬ ਦੀ ਜਨਤਾ ਜਿਹੜੀ ਹੈ ਕੈਪਟਨ ਸਰਕਾਰ ਨੂੰ ਉਤਾਰ ਕੇ ਪਰਾਂ ਵਧੇਗੀ। ਆਜ਼ਾਦ ਇੰਡੀਆ 24 ਨਿਊਜ਼ ਤੋਂ ਕੈਮਰਾਮੈਨ ਪਵਿੱਤਰ ਦੇ ਨਾਲ ਅਰਵਿੰਦਰ ਵੜੈਚ।